ਹੁੰਦੇ ਹਾਂ TRP ਦੀ ਦੌੜ ਵਿੱਚ ਸ਼ਾਮਿਲ। ਅਸੀਂ ਕਰਦੇ ਹਾਂ ਹਰ ਉਸ ਮੁੱਦੇ ਤੇ ਗੰਭੀਰ ਨਿਰਪੱਖ ਅਤੇ ਬੇਬਾਕ ਚਰਚਾ ਜੋ ਤੁਹਾਡੀ ਅਤੇ ਸਾਡੀ ਸਭ ਦੀ ਜ਼ਿੰਦਗੀ ਨੂੰ ਕਰਦੇ ਨੇ ਪ੍ਰਭਾਵਿਤ। ਹਰ ਰੋਜ਼ ਦੁਨੀਆ ਭਰ ਵਿੱਚ ਬੈਠੇ ਸੂਝਵਾਨ ਵਿਦਵਾਨ ਮਹਿਮਾਨਾਂ ਨਾਲ ਹੁੰਦੀ ਹੈ ਗੱਲਬਾਤ ਤਾਂ ਕਿ ਦਰਪੇਸ਼ ਮਸਲਿਆਂ ਨੂੰ ਸਮਝ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਦੇ ਸਕੀਏ ਸਹੀ ਸੇਧ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਤੇ ਪ੍ਰਾਈਮ ਟਾਈਮ ਸ਼ੋਅ ਦੇ ਦੂਜੇ ਹਿੱਸੇ ਵਿੱਚ ਇੱਕ ਵਾਰੀ ਫੇਰ ਤੁਹਾਡਾ ਕਰਦੇ ਹਾਂ ਸਵਾਗਤ। ਸੁਸ਼ੀਲ ਦਸਾਂਝ ਚੰਡੀਗੜ੍ਹ ਤੋਂ ਜੁੜ ਗਏ ਨੇ ਸਾਡੇ ਨਾਲ, ਉਹਨਾਂ ਨਾਲ ਕਰਦੇ ਹਾਂ ਭਾਰਤ ਤੇ ਪੰਜਾਬ ਦੀਆਂ ਖਬਰਾਂ ਦੇ ਉੱਤੇ ਚਰਚਾ। ਪਹਿਲਾਂ ਦਸਾਂਝ ਸਾਹਿਬ ਦਾ ਇੱਕ ਵਾਰੀ ਫੇਰ ਕਰ ਲੈਂਦੇ ਹਾਂ ਸਵਾਗਤ ਜੀ। ਦਸਾਂਝ ਸਾਹਿਬ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ। ਬਹੁਤ ਬਹੁਤ ਸ਼ੁਕਰੀਆ ਜੀ ਹਰਜੀਤ ਗਿੱਲ ਜੀ ਤੇ ਟੀਵੀ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਜੀ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਦਸਾਂਝ ਸਾਹਿਬ 26 ਮਈ ਦਾ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੀ ਕਾਲ ਦੇ ਉੱਤੇ ਅੱਜ ਐਕਸ਼ਨ ਦਾ ਦਿਨ ਸੀਗਾ। ਕੱਲ ਤੁਹਾਡਾ ਜਿਹੜਾ ਨਿਕਲ ਗਿਆ, ਦੁਨੀਆ ਭਰ ਵਿੱਚ ਇਸ ਦਿਨ ਨੂੰ ਉਡੀਕਿਆ ਜਾ ਰਿਹਾ ਸੀਗਾ ਕਿ ਕਿਸਾਨ ਇੱਕ ਵਾਰੀ ਫੇਰ ਆਪਣਾ ਜਿਹੜਾ ਦਮਖਮ ਹੈ ਉਹ ਸਰਕਾਰ ਨੂੰ ਦਿਖਾਉਣਗੇ, ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਸਰਕਾਰ ਬਿਲਕੁਲ ਦੜ ਵੱਟ ਕੇ ਬੈਠੀ ਹੋਈ ਆ ਔਰ ਉਹਨਾਂ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕ ਰਹੀ। 400 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਨੇ ਔਰ ਉਲਟਾ ਇਹ ਆ ਕਿ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਕਦੀ ਕੋਵਿਡ ਦੇ ਨਾਂ ਤੇ ਡਰਾਵੇ ਦਿੱਤੇ ਜਾ ਰਹੇ ਆ ਤੇ ਪਹਿਲਾਂ ਮੋਰਚੇ ਨੂੰ ਸਾਬੋਤਾਜ ਕਰਨ ਲਈ ਕਈ ਰੰਗ ਵੇਖੇ ਆਪਾਂ ਸਰਕਾਰ ਦੇ। ਸੋ ਅਖੀਰ ਹੁਣ ਜਿਹੜਾ ਲੰਘਿਆ ਦਿਨ ਹੈ ਉਹਦਾ ਕਿਸ ਤਰੀਕੇ ਦਾ ਜਿਹੜਾ ਤੁਸੀਂ ਦੇਖ ਰਹੇ ਹੋ, ਕਿਸ ਤਰ੍ਹਾਂ ਦਾ ਹੰਗਾਰਾ ਮਿਲਿਆ? ਜਿਹੜੀਆਂ ਖਬਰਾਂ ਇੱਥੇ ਪਹੁੰਚ ਰਹੀਆਂ ਨੇ ਕਹਿ ਰਹੇ ਕਿ ਪੰਜਾਬ ਤੇ ਹਰਿਆਣੇ 'ਚ ਭਰਵਾਂ ਹੰਗਾਰਾ ਉਹਨੂੰ ਮਿਲਿਆ। ਸਿਆਸਤਦਾਨਾਂ ਦੀ ਖੇਡ ਵੀ ਜਾਰੀ ਆ। ਜਿਵੇਂ ਮੈਂ ਪਹਿਲਾਂ ਗੱਲ ਕਰ ਰਿਹਾ ਸੀਗਾ ਕਿ ਬਾਦਲ ਸਾਹਿਬ ਦੇ ਘਰ ਦੇ ਉੱਤੇ ਵੀ ਕਾਲਾ ਝੰਡਾ ਲਹਿਰਾਇਆ ਗਿਆ, ਸਿੱਧੂ ਸਾਹਿਬ ਵੱਲੋਂ ਵੀ ਲਹਿਰਾਇਆ ਗਿਆ। ਹੋ ਸਕਦਾ ਕੁਝ ਹੋਰ ਇੱਕਾ ਦੁੱਕਾ ਲੀਡਰਾਂ ਨੇ ਵੀ ਸ਼ਮੂਲੀਅਤ ਕਰਕੇ ਆਪਣੀ ਜਿਹੜੀ ਆ ਉਹ ਸਾਂਝ ਕਿਸਾਨੀ ਨਾਲ ਦਿਖਾਈ ਹੋਵੇ, ਉਹਦੇ ਪਿੱਛੇ ਉਹਨਾਂ ਦੇ ਆਪਣੇ ਇੰਟਰਸਟ ਹੋ ਸਕਦੇ ਨੇ। ਪਰ ਜਿਹੜਾ ਮੁੱਖ ਤੌਰ ਤੇ ਅੱਜ ਦਾ ਜਿਹੜਾ ਦਿਨ ਸੀ ਉਹਦੇ ਵਿੱਚ ਕਾਲ ਤੇ ਹੈਗੀ ਸੀ ਸਿਰਫ ਕਾਲਾ ਦਿਨ ਮਨਾਉਣ ਲਈ, ਕਾਲੇ ਝੰਡੇ ਚੜਾਉਣ ਦੀ। ਔਰ ਕਿਹਾ ਜਾ ਰਿਹਾ ਕਿ ਕਈ ਜਗ੍ਹਾ ਤੇ ਟ੍ਰੈਫਿਕ ਵੀ ਜਾਮ ਕੀਤੀ, ਅਰਥੀ ਫੂਕ ਮੁਜ਼ਾਹਰੇ ਹੋਏ। ਤੁਸੀਂ ਵੀ ਹਿੱਸਾ ਲਿਆ, ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀਗਾ, ਤੁਸੀਂ ਮੋਹਾਲੀ ਵਿੱਚ ਕਾਫੀ ਸਰਗਰਮੀ ਨਾਲ ਇਹਦੇ ਵਿੱਚ ਭਾਗ ਲਿਆ ਜੀ। ਗਿੱਲ ਸਾਹਿਬ, ਨੰਬਰ 1 ਤਾਂ ਇਹ ਹੈ ਕਿ ਇਸ ਗੱਲ ਦੀ ਮੁਬਾਰਕ ਦੇਣੀ ਚਾਹਾਂਗਾ ਮੈਂ ਕਿਸਾਨ ਜਥੇਬੰਦੀਆਂ ਨੂੰ ਤੇ ਸਮੂਹ ਉਹਨਾਂ ਲੋਕਾਂ ਨੂੰ ਜਿਹੜੇ ਲੋਕਾਂ ਨੇ ਇਸ ਐਕਸ਼ਨ ਦੇ ਵਿੱਚ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਸ਼ਮੂਲੀਅਤ ਕੀਤੀ ਹੈ। ਸਾਰੇ ਦੇਸ਼ ਤੋਂ ਵੀ ਖਬਰਾਂ ਨੇ ਕਿ ਇਹ ਬਲੈਕ ਡੇ ਦੇ ਨਾਲ ਨਾਲ ਨਰਿੰਦਰ ਮੋਦੀ ਸਰਕਾਰ ਦੀਆਂ ਨਾਕਾਮੀਆਂ ਦੀ ਅਰਥੀ ਫੂਕਣ ਦਾ ਜਿਹੜਾ ਇਹ ਐਕਸ਼ਨ ਸੀ ਇਹ ਬਹੁਤ ਸਫਲ ਰਿਹਾ ਹੈ। ਵਿਸ਼ੇਸ਼ ਤੌਰ ਦੇ ਉੱਤੇ ਪੰਜਾਬ ਤੇ ਹਰਿਆਣੇ ਦਾ ਤੁਸੀਂ ਜ਼ਿਕਰ ਕੀਤਾ ਤੇ ਵੀ ਫਿਜ਼ੀਕਲੀ ਇਹਦੇ ਸ਼ਾਮਿਲ ਸਾਂ ਤੇ ਵੱਡੀ ਗੱਲ ਇਹਦੇ 'ਚ ਇਹ ਰਹੀ ਹੈ ਕਿ ਬੜੇ ਜ਼ਾਬਤੇ 'ਚ ਸਾਰਾ ਕੁਝ ਕੀਤਾ ਗਿਆ। ਠੀਕ ਹੈ, ਕੁਝ ਥਾਵਾਂ ਦੇ ਉੱਤੇ ਟ੍ਰੈਫਿਕ ਜਾਮ ਵੀ ਕੀਤਾ ਗਿਆ। ਇਹਦੇ 'ਚ ਸ਼ਾਮਿਲ ਜਿਹੜੇ ਲੋਕ ਨੇ ਜਿਹਦੇ 'ਚ ਇਕੱਲੇ ਕਿਸਾਨ ਨਹੀਂ ਹੈ, ਇਹਦੇ ਛੋਟੇ ਦੁਕਾਨਦਾਰ ਵੀ ਸ਼ਾਮਿਲ ਹੋਇਆ, ਛੋਟਾ ਵਪਾਰੀ ਵੀ ਸ਼ਾਮਿਲ ਹੋਇਆ, ਅਰਥੀ ਵੀ ਸ਼ਾਮਿਲ ਹੋਏ, ਵੱਡੀ ਗਿਣਤੀ ਦੇ ਵਿੱਚ ਮਾਵਾਂ ਭੈਣਾਂ ਵੀ ਇਸ ਸੈਕਟਰ ਸ਼ਾਮਿਲ ਸੀ, ਨੌਜਵਾਨ ਵੀ ਸ਼ਾਮਿਲ ਸੀ। ਤੇ ਇਹ ਹੁੰਦਾ ਕਈ ਵਾਰੀ ਕਿ ਜਦੋਂ ਤੁਸੀਂ ਸੜਕਾਂ ਤੇ ਨਿਕਲ ਆਉਂਦੇ ਹੋ ਤਾਂ ਫਿਰ ਲੋਕ ਜਿਹੜੇ ਆ ਥੋੜ੍ਹੇ ਜੋਸ਼ ਵੀ ਹੁੰਦੇ ਆ ਤੇ 10 ਤੋਂ 12 ਵਜੇ ਤੱਕ ਕੁਝ ਥਾਵਾਂ ਦੇ ਉੱਤੇ ਟ੍ਰੈਫਿਕ ਜਾਮ ਵੀ ਕੀਤਾ ਗਿਆ। ਪਰ ਕਿਸੇ ਤਰ੍ਹਾਂ ਦੀ ਵੀ ਇੱਦਾਂ ਦੀ ਕੋਈ ਖਬਰ ਨਹੀਂ ਹੈ ਵੀ ਇਸ ਅੰਦੋਲਨ ਦੇ ਦੌਰਾਨ ਕਿਸਾਨਾਂ ਵੱਲੋਂ ਜਾਂ ਉਹਨਾਂ ਦੀ ਅਗਵਾਈ ਕਰਨ ਵਾਲੇ ਜਿਹੜੇ ਵੱਖ-ਵੱਖ ਵਰਗਾਂ ਦੇ ਲੋਕ ਸੀ ਵੀ ਜ਼ਾਬਤੇ ਦੀ ਉਲੰਘਣਾ ਕੀਤੀ ਗਈ ਹੋਵੇ ਜਾਂ ਕਿਤੇ ਹਿੰਸਕ ਹੋਇਆ ਗਿਆ। ਇਸ ਐਕਸ਼ਨ ਦੀ ਸਫਲਤਾ ਜਿਹੜੀ ਹੈ ਉਹ ਆਪਣੇ ਆਪ ਦੇ ਵਿੱਚ ਹੀ ਦੱਸਦੀ ਹੈ ਕਿ ਕਿਸਾਨਾਂ ਦਾ ਪਿਛਲੇ 6 ਮਹੀਨੇ ਦਾ ਜਿਹੜਾ ਜ਼ਬਤ ਹੈ ਉਹ ਬਰਕਰਾਰ ਹੈ ਤੇ ਕਿਸਾਨ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕੋਈ ਨਵੇਂ ਐਕਸ਼ਨ ਪਲਾਨ ਕਰਨਗੇ ਉਹਨਾਂ ਨੂੰ ਵੀ ਸਿਰੇ ਚਾੜਨ ਦੇ ਵਿੱਚ ਲੋਕਾਂ ਦਾ ਵੱਡਾ ਸਮਰਥਨ ਉਹਨਾਂ ਨੂੰ ਮਿਲੇਗਾ। ਇਸ 26 ਮਈ ਦੇ ਐਕਸ਼ਨ ਦੀ ਇੱਕ ਵੱਡੀ ਖੂਬੀ ਇਹ ਰਹੀ ਕਿ ਇਸ ਐਕਸ਼ਨ ਨੂੰ ਦੇਸ਼ ਦੀਆਂ 10 ਵੱਡੀਆਂ ਟ੍ਰੇਡ ਯੂਨੀਅਨਸ ਜਿਹੜੀਆਂ ਉਹਨਾਂ ਦਾ ਵੀ ਸਮਰਥਨ ਹਾਸਲ ਸੀ ਤੇ ਉਹਨਾਂ ਵੱਲੋਂ ਵੀ ਆਪੋ ਆਪਣੀਆਂ ਜਥੇਬੰਦੀਆਂ ਰਾਹੀਂ ਫਿਜ਼ੀਕਲੀ ਇਸ ਅੰਦੋਲਨ ਵਿੱਚ ਸ਼ਾਮਲ ਹੋ ਕੇ ਇੱਕ ਮੁਸਤਾ ਦਾ ਪ੍ਰਗਟਾਵਾ ਕੀਤਾ ਗਿਆ। ਜਿਹੜਾ ਤੁਸੀਂ ਸਿਆਸਤਦਾਨਾਂ ਦੀ ਗੱਲ ਕਰ ਰਹੇ ਹੋ, ਨਵਜੋਤ ਸਿੰਘ ਸਿੱਧੂ ਨੇ ਤਾਂ ਪੰਜਾਬ ਦੇ ਵਿੱਚ 25 ਮਈ ਨੂੰ ਹੀ, ਯਾਨੀ ਇੱਕ ਦਿਨ ਪਹਿਲਾਂ ਹੀ
ਆਪਣੀਆਂ ਅੰਮ੍ਰਿਤਸਰ ਤੇ ਜਿਹੜਾ ਪਟਿਆਲੇ ਵਾਲੀਆਂ ਰਿਹਾਇਸ਼ਾਂ ਹੈ, ਉਹਨਾਂ ਦੀਆਂ ਛੱਤਾਂ ਦੇ ਉੱਤੇ ਕਾਲੇ ਝੰਡੇ ਲਹਿਰਾ ਦਿੱਤੇ ਸੀ। ਤੇ ਉਹਨਾਂ ਦਾ ਇੱਕ ਮਕਸਦ ਸੀ ਕਿ ਕਿਸਾਨ ਅੰਦੋਲਨ ਦੀ ਹਮਾਇਤ ਦੇ ਨਾਂ ਦੇ ਉੱਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਣੇ ਆਪ ਨੂੰ ਫੇਰ ਤੋਂ ਐਕਟਿਵ ਪੋਲਿਟਿਕਸ ਦੇ ਵਿੱਚ ਪੇਸ਼ ਕਰਦਿਆਂ ਹੋਇਆਂ ਇੱਕ ਵੱਖਰੀ ਕਿਸਮ ਦੀ ਸਿਆਸਤ ਸਿਰਜਣ ਦਾ ਜਿਹੜਾ ਇੱਕ ਉਹ ਬਿਰਤਾਂਤ ਉਸਾਰ ਰਹੇ ਹੈ ਵੀ ਉਹਨੂੰ ਬਲ ਮਿਲੇ। ਤੇ ਉਹਦੇ ਨਾਲ ਹੋਇਆ ਇਹ ਵੀ ਜਿਹੜੇ ਬਾਕੀ ਸਿਆਸੀ ਲੋਕ ਹੈ ਉਹ ਵੀ ਜ਼ਰੂਰ ਮਜਬੂਰ ਹੋਏ ਕਿ ਅਸੀਂ ਵੀ ਭਾਵੇਂ ਇੱਕ ਪ੍ਰਤੀਕ ਦੇ ਤੌਰ ਤੇ ਸੀ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਦਾ ਜਿਹੜਾ ਇੱਕ ਕਹਿ ਲਓ ਵੀ ਕੋਸ਼ਿਸ਼ ਕਰੀਏ, ਤੇ ਇਸੇ ਕਰਕੇ ਬਾਦਲਾਂ ਦੀ ਰਿਹਾਇਸ਼ ਦੇ ਉੱਤੇ ਵੀ ਉਹ ਕਾਲਾ ਝੰਡਾ ਸੀ ਦੇਖਿਆ। ਪਰ ਇਹਨਾਂ ਸਿਆਸਤਦਾਨਾਂ ਵੱਲੋਂ ਕਾਲੇ ਝੰਡੇ ਲਹਿਰਾਉਣ ਦਾ ਮਤਲਬ ਇਹ ਨਹੀਂ ਹੈ ਵੀ ਉਹ ਕਿਸਾਨਾਂ ਦੀ ਇਸ ਅੰਦੋਲਨ ਦੀ ਸੱਚੇ ਦਿਲੋਂ ਹਮਾਇਤ ਕਰਨ, ਕਿਉਂਕਿ ਮੈਨੂੰ ਨਹੀਂ ਲੱਗਦਾ ਇਹਦੇ 'ਤੇ ਵੱਖਰੀ ਡਿਬੇਟ ਹੋ ਸਕਦੀ ਹੈ ਵੀ ਸਾਡੀਆਂ ਜਿਹੜੀਆਂ ਮੁੱਖ ਸਿਆਸੀ ਧਿਰਾਂ ਹੈ ਉਹ ਕੋਈ ਵੀ ਧਿਰ ਚਾਹੁੰਦੀ ਹੈ ਕਿ ਕਿਸਾਨਾਂ ਦਾ ਅੰਦੋਲਨ ਸੰਪੂਰਨ ਰੂਪ ਦੇ ਵਿੱਚ ਸਫਲ ਹੋ ਜਾਏ, ਕਿਉਂਕਿ ਜਿਹੜੀਆਂ ਆਰਥਿਕ ਨੀਤੀਆਂ ਦੇ ਤਹਿਤ ਜਿਹੜਾ ਆ ਇਹ ਹੁਣ 3 ਖੇਤੀ ਕਾਨੂੰਨ ਸਾਡੇ ਸਾਹਮਣੇ ਨੇ, ਤੇ ਉਹ ਸਾਰੀਆਂ ਨੀਤੀਆਂ ਇੰਟਰੋਡਿਊਸ ਕਰਾਉਣ ਵਾਲੇ ਇਹੀ ਲੋਕ ਨੇ, ਚਾਹੇ ਉਹ ਵੱਖ-ਵੱਖ ਖੇਤਰੀ ਪਾਰਟੀਆਂ ਹੋਣ ਜਿਹੜੀਆਂ ਸਦਾ ਹੀ ਇਸ ਤਰ੍ਹਾਂ ਦੀਆਂ ਨੀਤੀਆਂ ਦੀਆਂ ਸਮਰਥਕ ਰਹੀਆਂ, ਤੇ ਭਾਵੇਂ ਨੈਸ਼ਨਲ ਲੈਵਲ ਦੇ ਉੱਤੇ ਕਾਂਗਰਸ ਪਾਰਟੀ ਹੋਵੇ, ਕਾਂਗਰਸ ਪਾਰਟੀ ਹੀ ਇਹਨਾਂ ਨੀਤੀਆਂ ਨੂੰ ਇੰਟਰੋਡਿਊਸ ਕਰਾਇਆ ਸੀ। ਕਾਂਗਰਸ ਪਾਰਟੀ ਦੀ ਸਰਕਾਰ ਦੇ ਨਰਸਿਮਹਾ ਰਾਓ ਦੀ ਸਰਕਾਰ ਵੇਲੇ ਜਦੋਂ ਭਾਰਤ ਦੇ ਵਿੱਤ ਮੰਤਰੀ ਡਾਕਟਰ ਮਨਮੋਹਨ ਸਿੰਘ ਹੁੰਦੇ ਸੀ, ਉਹਨਾਂ ਨੀਤੀਆਂ ਨੂੰ ਤੇਜ਼ੀ ਦੇ ਨਾਲ ਆਪਣੇ ਉਦਯੋਗਪਤੀ ਮਿੱਤਰਾਂ ਕਰਕੇ ਜਿਹੜਾ ਆ ਨਰਿੰਦਰ ਮੋਦੀ ਦੀ ਸਰਕਾਰ ਲਾਗੂ ਕਰਨ ਲੱਗੀ ਹੋਈ ਹੈ। ਫਰਕ ਕੋਈ ਨਹੀਂ ਹੈ, ਸਿਰਫ ਨਰਿੰਦਰ ਮੋਦੀ ਦੀ ਸਰਕਾਰ ਦਾ ਫਰਕ ਪਿਛਲੀਆਂ ਯੂਪੀਏ ਦੀਆਂ ਗਵਰਨਮੈਂਟ ਜਾਂ ਕਾਂਗਰਸ ਦੀ ਨਿਰੋਲ ਜਦੋਂ ਸਰਕਾਰ ਰਹੀ ਹੈ ਉਹਦੇ ਨਾਲੋਂ ਫਰਕ ਨਰਿੰਦਰ ਮੋਦੀ ਸਰਕਾਰ ਦਾ ਇਹ ਹੈ ਕਿ ਇਹਨਾਂ ਦਾ ਇੱਕ ਗੂੜਾ ਰੰਗ ਜਿਹੜਾ ਆ ਕਾਰਪੋਰੇਟ ਲੁੱਟ ਜਿਹੜੀ ਹੈਗੀ ਉਹਦੇ ਨਾਲ ਨਾਲ ਹਿੰਦੂਤਵ ਵੀ ਹੈ। ਹਿੰਦੂਤਵ ਦੇ ਨਾਂ ਦੇ ਉੱਤੇ ਜਿਹੜੀ ਇਹ ਦੇਸ਼ ਨੂੰ ਵੰਡਣ ਦੀ ਰਾਜਨੀਤੀ ਕਰਦੇ ਆ ਉਹ ਤਿੱਖੇ ਰੂਪ ਵਿੱਚ ਸਾਡੇ ਸਾਹਮਣੇ ਹੈ, ਜਿਹਦੇ ਕਰਕੇ ਥੋੜਾ ਫਰਕ ਆਪਾਂ ਇਹਨਾਂ 'ਚ ਕਰ ਸਕਦੇ ਹਾਂ। ਉਂਝ ਇਕਨੋਮੀ ਦੇ ਲੈਵਲ ਦੇ ਉੱਤੇ ਜਾਂ ਆਰਥਿਕ ਮੁਆਵਜ਼ੇ ਦੇ ਉੱਤੇ ਇਹਨਾਂ ਦਾ ਕੋਈ ਫਰਕ ਨਹੀਂ ਹੈ ਜੀ। ਦਸਾਂਝ ਸਾਹਿਬ, ਕਿਸਾਨ ਮੋਰਚੇ ਦੇ 6 ਮਹੀਨੇ ਹੋਣ ਤੋਂ ਬਾਅਦ ਮੈਂ ਅੱਜ BBC ਦੀਆਂ ਰਿਪੋਰਟਾਂ ਵੀ ਦੇਖ ਰਿਹਾ ਸੀ, ਕੁਝ ਹੋਰ ਵੀ ਜਿਹੜੇ ਵਰਲਡ ਲੈਵਲ ਦੇ ਨਿਊਜ਼ਪੇਪਰ ਨੇ ਉਹ ਹੁਣ ਇਹਨੂੰ ਐਨਾਲਾਈਜ਼ ਕਰ ਰਹੇ ਨੇ ਕਿ ਇਹ 6 ਮਹੀਨਿਆਂ ਦੇ ਸੰਘਰਸ਼ ਦੇ ਵਿੱਚ ਕਿਸਾਨ ਮੂਵਮੈਂਟ ਨੇ ਕੀ ਅਚੀਵਮੈਂਟ ਕੀਤੀਆਂ, ਸਰਕਾਰ ਨੇ ਇਸ ਮੂਵਮੈਂਟ ਤੋਂ ਕੀ ਕੁਝ ਉਹਨਾਂ ਦਾ ਗਵਾਚਾ, ਔਰ ਪਲੜਾ ਕਿਸਾਨਾਂ ਦਾ ਭਾਰੀ ਦੁਨੀਆ ਭਰ 'ਚ ਦੱਸਿਆ ਜਾ ਰਿਹਾ ਹੈ ਕਿ ਭਾਵੇਂ ਅਜੇ ਤੱਕ ਉਹ ਆਪਣੇ ਕਾਲੇ ਕਾਨੂੰਨ ਵਾਪਸ ਕਰਾਉਣ 'ਚ ਸਫਲ ਨਹੀਂ ਹੋਏ, ਪਰ ਜਿਹੜੀਆਂ ਪ੍ਰਾਪਤੀਆਂ ਹੁਣ ਤੱਕ ਹੋਈਆਂ ਨੇ ਉਹ ਬਹੁਤ ਵੱਡੀਆਂ ਪ੍ਰਾਪਤੀਆਂ ਨੇ। ਖਾਸ ਕਰਕੇ ਜਿਵੇਂ ਤੁਸੀਂ ਕੱਲ ਵੀ ਗੱਲ ਕਰਦੇ ਸੀ ਕਿ ਘੱਟੋ ਘੱਟ ਇੱਕ ਐਸੀ ਇਮੇਜ ਬਣਾਈ ਹੋਈ ਸੀ ਪ੍ਰਧਾਨ ਮੰਤਰੀ ਮੋਦੀ ਹੋਰਾਂ ਦੀ ਕਿ ਉਹਨਾਂ ਨੂੰ ਕੋਈ ਸਵਾਲ ਹੀ ਨਹੀਂ ਕਰ ਸਕਦਾ, ਔਰ ਪਿਛਲੇ 7 ਸਾਲਾਂ 'ਚ ਜਿਸ ਤਰ੍ਹਾਂ ਉਹਨਾਂ ਤੰਤਰ ਚਲਾਇਆ, ਜੋ ਵੀ ਉਹ ਕਰਦੇ ਰਹੇ ਉਹਨਾਂ ਮੁੜ ਕੇ ਨਹੀਂ ਵੇਖਿਆ ਤੇ ਨਾ ਹੀ ਕਿਸੇ ਦੀ ਗੱਲ ਸੁਣੀ, ਨਾ ਉਹਨਾਂ ਨੇ ਕਿਸੇ ਇੰਟਰਨੈਸ਼ਨਲ ਪ੍ਰੈਸ ਜਿਹੜੀ ਸੀਗੀ ਉਹਦੇ 'ਚ ਛਪਦੀਆਂ ਖਬਰਾਂ ਵੱਲ ਧਿਆਨ ਦਿੱਤਾ, ਨਾ ਜਿਹੜਾ ਇੰਟਰਨੈਸ਼ਨਲ ਭਾਈਚਾਰਾ ਕਹਿ ਰਿਹਾ ਸੀ ਕਿ ਭਾਰਤ ਵਿੱਚ ਡੈਮੋਕ੍ਰੇਸੀ ਖਤਰੇ 'ਚ ਹੈ ਉਹਦੇ ਵੱਲ ਕੋਈ ਧਿਆਨ ਦਿੱਤਾ, ਸਾਬਕਾ ਪ੍ਰਧਾਨ ਮੰਤਰੀ ਨੇ ਕਈ ਵਾਰ ਸਲਾਹਾਂ ਦਿੱਤੀਆਂ ਉਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ, ਤੇ ਮੀਡੀਆ ਜਿਹੜਾ ਸੀ ਉਹਨਾਂ ਸਾਰਾ ਹੀ ਆਪਣੇ ਵੱਸ ਕੀਤਾ ਹੋਇਆ ਸੀ। ਤੇ ਹੁਣ ਆ ਕੇ ਉਹਨਾਂ ਦਾ ਪੇਚਾ ਪੈ ਗਿਆ ਜੀ, ਜਿਹੜੇ ਸੋਸ਼ਲ ਮੀਡੀਆ ਦੇ ਵੱਡੇ ਪਲੇਟਫਾਰਮ ਨੇ ਟਵਿੱਟਰ, ਇੰਸਟਾਗ੍ਰਾਮ ਤੇ ਫੇਸਬੁੱਕ, ਤੇ ਭਾਵੇਂ ਉਹਨਾਂ ਵੱਲੋਂ ਅੱਜ ਡੇਟ ਜਿਹੜੀ ਉਹ ਲੰਘ ਗਈ ਆ, ਜਿਹੜੇ ਉਹਨਾਂ ਨੇ ਨਿਯਮ ਲਾਗੂ ਕੀਤੇ ਸੀ ਲਾਗੂ ਕਰਨ ਦੀ, ਪਰ ਹਾਈ ਕੋਰਟ ਦਾ ਸਹਾਰਾ ਵੀ ਲਿਆ, ਪਰ ਇੰਨੀਆਂ ਵੱਡੀਆਂ ਜਿਹੜੀਆਂ ਇਹ ਸੰਸਥਾਵਾਂ ਨੇ ਉਹਨਾਂ ਨਾਲ ਭਾਰਤ ਸਰਕਾਰ ਇਕੱਲੇ ਤੌਰ ਤੇ ਅਗਰ ਇਦਾਂ ਕੋਈ ਸ਼ਟਅਪ ਕਰਦੀ ਹੈ ਜਿੱਦਾਂ ਦਾ ਕਹਿ ਰਹੇ ਆ ਕਿ ਸੰਭਾਵਨਾ ਹੈ ਕਿ ਭਾਰਤ ਵਿੱਚ ਕੁਝ ਦਿਨਾਂ ਲਈ ਇਹ ਬੰਦ ਕੀਤਾ ਜਾ ਸਕਦਾ ਹੈ, ਤਾਂ ਫਿਰ ਇਹਦੇ ਨਾਲ ਹੋਰ ਬਦਨਾਮੀ ਜਿਹੜੀ ਆ ਸਰਕਾਰ ਦੀ ਦੁਨੀਆ ਭਰ 'ਚ ਹੋਏਗੀ ਕਿ ਭਾਰਤ ਵਿੱਚ ਡੈਮੋਕ੍ਰੇਸੀ ਨਾਂ ਦੀ ਕੋਈ ਚੀਜ਼ ਨਹੀਂ ਹੈ। ਦੇਖੋ, ਕਿਸਾਨ ਅੰਦੋਲਨ ਦੇ ਜਿਹੜੇ 6 ਮਹੀਨੇ ਨੇ ਬਾਰਡਰਸ ਦੇ ਉੱਤੇ ਜਦੋਂ ਅੰਦੋਲਨ ਸ਼ੁਰੂ ਹੋਇਆ, ਉਹਦੀ ਸਭ ਤੋਂ ਵੱਡੀ ਸਫਲਤਾ ਇਸ ਰੂਪ ਦੇ ਵਿੱਚ ਵੀ ਦੇਖੀ ਜਾ ਸਕਦੀ ਹੈ ਤੇ ਸਵਾਲ ਦੇ ਸ਼ੁਰੂ ਦੇ ਵਿੱਚ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਜਿਹੜਾ ਇੱਕ ਇਮੇਜ ਸੀ ਬਣਿਆ ਹੋਇਆ ਜਾਂ ਬਣਾਇਆ ਗਿਆ ਕਿ ਨਰਿੰਦਰ ਮੋਦੀ ਜਿਹੜੇ ਆ ਉਹ ਬੜੇ ਮਜ਼ਬੂਤ ਪ੍ਰਧਾਨ ਮੰਤਰੀ ਹੈ ਤੇ ਕਿਸੇ ਦੀ ਉਹ ਸੁਣਦੇ ਨਹੀਂ ਹੈ, ਤੇ ਉਹ ਇਮੇਜ ਜਿਹੜੀ ਹੈ
ਉਹ ਤੋੜ ਦਿੱਤੀ ਹੈ ਇਸ ਅੰਦੋਲਨ ਦੀ। ਭਾਵੇਂ ਸੁਣਨ ਵਾਲਾ ਮਸਲਾ ਭਾਵੇਂ ਹਾਲੇ ਉੱਥੇ ਖੜਾ ਤੁਸੀਂ ਕਹਿ ਸਕਦੇ ਹੋ, ਕਿਉਂਕਿ ਪਿਛਲੇ 4 ਮਹੀਨੇ ਤੋਂ ਜਿਹੜੀ ਡਾਇਲੋਗ ਹੈ, ਗੱਲਬਾਤ ਹੈ, ਸਰਕਾਰ ਦੇ ਨਾਲ ਬੰਦ ਹੈ। ਪਰ ਉਹੀ ਪ੍ਰਧਾਨ ਮੰਤਰੀ ਪਾਰਲੀਮੈਂਟ ਦੇ ਵਿੱਚ ਵੀ ਤੇ ਆਲ ਪਾਰਟੀ ਮੀਟਿੰਗ ਵੀ ਕਹਿੰਦੇ ਆ ਕਿ ਅਸੀਂ ਤਾਂ ਜੀ ਕਿਸਾਨਾਂ ਨਾਲ ਗੱਲਬਾਤ ਕਰਨ ਵਾਸਤੇ ਤਿਆਰ ਹਾਂ, ਅਸੀਂ ਤਾਂ ਇੱਕ ਫੋਨ ਕਾਲ ਦੀ ਦੂਰੀ ਦੇ ਉੱਤੇ ਹੈ। ਸੋ ਇੱਕ ਵੱਖਰੇ ਕਿਸਮ ਦਾ ਇੱਕ ਕਹਿ ਲਓ ਕਿ ਮਾਹੌਲ ਸਿਰਜਣ ਦੀ ਵੀ ਕੋਸ਼ਿਸ਼ ਹੁੰਦੀ ਹੈ, ਆਪਣੇ ਆਪ ਨੂੰ ਹਮਦਰਦ ਸਾਬਤ ਕਰਨ ਦੀ ਵੀ ਕੋਸ਼ਿਸ਼ ਹੁੰਦੀ ਹੈ। ਇਸੇ ਕਰਕੇ ਕਿਸਾਨੀ ਦੇ ਨਾਂ ਦੇ ਉੱਤੇ ਕਈ ਵਾਰ ਮਨ ਕੀ ਬਾਤ ਦੇ ਵਿੱਚ ਉਹਨਾਂ ਨੇ ਗੱਲਾਂ ਕੀਤੀਆਂ, ਪਰ ਜੋ ਉਹਨਾਂ ਨੇ ਪੇ ਕਰਨਾ ਆਪਣੇ ਉਦਯੋਗਪਤੀ ਮਿੱਤਰਾਂ ਨੂੰ, ਉਹਦੇ ਮੁਤਾਬਕ ਹੀ ਹਾਲੇ ਤੱਕ ਉੱਥੇ ਖੜੇ ਦਿਖਾਈ ਦੇ ਰਹੇ ਆ। ਪਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿਸਾਨ ਅੰਦੋਲਨ ਦੀ, ਉਹ ਇਹ ਰਹੀ ਹੈ ਕਿ ਲੋਕਾਂ ਦੇ ਅੰਦਰ ਜਿਹੜਾ ਇੱਕ ਡਰ ਸੀ, ਖੌਫ ਸੀ, ਇਸ ਸਰਕਾਰ ਦੇ ਖਿਲਾਫ ਗੱਲ ਕਰਦੇ ਹਾਂ ਜਾਂ ਇਸ ਸਰਕਾਰ ਦੀ ਨੁਕਤਾਚੀਨੀ ਕਰਦੇ ਹਾਂ, ਉਹ ਜਿਹੜਾ ਡਰ ਤੇ ਖੌਫ ਸੀ ਉਹ ਦੂਰ ਕੀਤਾ ਇਸ ਅੰਦੋਲਨ ਨੇ। ਇਸ ਅੰਦੋਲਨ ਨੇ ਇਹ ਪ੍ਰਮਾਣਿਤ ਕੀਤਾ ਜਾਂ ਇਹ ਦਿਖਾਇਆ ਵੀ ਜੇ ਤੁਸੀਂ ਜ਼ਾਬਤੇ 'ਚ ਰਹਿ ਕੇ ਸ਼ਾਂਤਮਈ ਤਰੀਕੇ ਦੇ ਨਾਲ ਆਪਣੇ ਲੌਜਿਕ ਦੇ ਨਾਲ, ਤਰਕ ਦੇ ਨਾਲ ਕਿਸੇ ਸੰਘਰਸ਼ ਪੈਂਦੇ ਹੋ ਤਾਂ ਲੋਕ ਵੀ ਤੁਹਾਡੇ ਨਾਲ ਆਉਂਦੇ ਨੇ। ਤੇ ਫਿਰ ਤੁਸੀਂ ਸਵਾਲ ਜਦੋਂ ਕਰਨ ਲੱਗ ਪੈਂਦੇ ਹੋ ਤਾਂ ਉਹ ਸਵਾਲ ਕਰਨ ਦੀ ਜਿਹੜੀ ਇੱਕ ਲਗਾਤਾਰਤਾ ਆ, ਉਹ ਡਰੇ ਹੋਏ ਲੋਕ ਜਿਹੜੇ ਆ, ਜਿਨ੍ਹਾਂ ਨੂੰ ਡਰਾਇਆ ਗਿਆ ਪਿਛਲੇ 70 ਸਾਲਾਂ ਦੇ ਵਿੱਚ, ਉਹਨਾਂ ਦੇ ਵਿੱਚ ਵੀ ਪੈਦਾ ਹੁੰਦੀ ਹੈ। ਸੋ ਲੋਕ ਸਵਾਲ ਕਰਨ ਲੱਗ ਪਏ ਨੇ। ਖਾਸ ਤੌਰ 'ਤੇ ਜਿਹੜਾ ਘੱਟ ਗਿਣਤੀਆਂ ਦੇ ਅੰਦਰ ਇੱਕ ਡਰ ਤੇ ਖੌਫ ਪੈਦਾ ਕੀਤਾ ਗਿਆ ਸੀ, ਉਹ ਦੂਰ ਹੋਇਆ। ਮੁਸਲਿਮ ਕਮਿਊਨਿਟੀ ਜਿਹੜੀ ਆ, ਜਿਹੜੀ ਸਭ ਤੋਂ ਵੱਡੀ ਕਮਿਊਨਿਟੀ ਹੈ ਘੱਟ ਗਿਣਤੀਆਂ ਦੇ ਰੂਪ ਦੇ ਵਿੱਚ ਭਾਰਤ ਦੇ ਵਿੱਚ, ਉਹਨਾਂ 'ਚ ਜਿਸ ਕਿਸਮ ਦਾ ਡਰ ਪੈਦਾ ਕਰ ਦਿੱਤਾ ਗਿਆ ਸੀ, ਉਹ ਵੀ ਉਸ ਡਰ 'ਚੋਂ ਨਿਕਲ ਰਹੇ ਨੇ। ਬਾਕੀ ਘੱਟ ਗਿਣਤੀਆਂ ਵੀ ਇਸ ਡਰ 'ਚੋਂ ਨਿਕਲ ਰਹੀਆਂ। ਦਲਿਤ ਕਮਿਊਨਿਟੀ ਜਿਹੜੀ ਹੈ, ਜਿਹਦੇ ਨਾਂ 'ਤੇ ਪੋਲੀਟਿਕਸ ਬੜੀ ਕੀਤੀ ਗਈ, ਉਹਨਾਂ 'ਚ ਵੀ ਇੱਕ ਡਰ ਤੇ ਭੈ ਸੀ, ਉਹ ਡਰ ਵੀ ਹੁਣ ਖਤਮ ਹੋਇਆ। ਸੋ ਲੋਕ ਸਵਾਲ ਕਰਨ ਲੱਗ ਪਏ ਨੇ। ਲੋਕ ਇਸ ਗੱਲ ਨੂੰ ਹੁਣ ਕਹਿਣ ਲੱਗ ਪਏ ਨੇ ਵੀ ਜੇ ਅਸੀਂ ਆਪਣੀ ਕਹਿ ਲਓ ਵੀ ਵਰਤਮਾਨ ਦੀ ਤੇ ਭਵਿੱਖ ਦੀ ਲੜਾਈ ਲੜਦਿਆਂ ਸਵਾਲ ਕਰਦਿਆਂ ਦੇਸ਼ ਧਰੋਹੀ ਜਾਂ ਰਾਸ਼ਟਰ ਧਰੋਹੀ ਗਰਦਾਨ ਦਿੱਤੇ ਜਾਂਦੇ ਆ, ਤੇ ਸਾਨੂੰ ਇਹਦਾ ਕੋਈ ਫਰਕ ਨਹੀਂ ਪੈਂਦਾ। ਅਸੀਂ ਹੱਕ ਸੱਚ ਦੀ ਗੱਲ ਕਰਨੀ ਹੈ। ਸੋ ਹੱਕ ਸੱਚ ਦੀ ਗੱਲ ਕਰਨ ਦਾ ਇੱਕ ਨਵਾਂ ਜਿਹੜਾ ਪੁਲ ਉਸਾਰਿਆ ਹੈ ਕਿਸਾਨ ਅੰਦੋਲਨ ਨੇ। ਇਸ ਅੰਦੋਲਨ ਦੀ ਇਹ ਵੀ ਪ੍ਰਾਪਤੀ ਹੈ। ਦੂਜਾ, ਇਸ ਅੰਦੋਲਨ ਦੀ ਇਹ ਵੀ ਪ੍ਰਾਪਤੀ ਹੈ ਕਿ ਪੈਰਲਲ ਕਿਵੇਂ ਕੋਈ ਜਿਹੜਾ ਆਧੁਨਿਕ ਤਕਨੀਕਸ ਹੈਗੀਆਂ, ਤਕਨੀਕਾਂ ਜਿਹੜੀਆਂ ਉਹਨਾਂ ਨੂੰ ਤੁਸੀਂ ਵਰਤ ਸਕਦੇ ਹੋ। ਇਸ ਅੰਦੋਲਨ ਨੇ ਉਹ ਤਕਨੀਕਾਂ ਦੀ ਵੀ ਵਰਤੋਂ ਕੀਤੀ ਹੈ, ਚਾਹੇ ਟਵਿੱਟਰ ਹੋਵੇ, ਚਾਹੇ ਫੇਸਬੁੱਕ ਹੋਵੇ, ਇੰਸਟਾਗ੍ਰਾਮ ਹੋਵੇ, ਤੇ ਉਹਦੇ ਤੋਂ ਵੀ ਖੌਫ ਖਾ ਗਈ ਹੈ ਸਰਕਾਰ ਤਾਂ ਇੱਕ ਸਧਾਰਨ ਕਵੀ ਤੋਂ ਖੌਫ ਖਾ ਰਹੀ ਅੱਜ ਕੱਲ੍ਹ ਜੋ ਦਿਖਾਈ ਦੇ ਰਿਹਾ ਹੈ। ਗੁਜਰਾਤ ਦੀ ਇੱਕ ਕਵਿਤਰੀ ਨੇ ਇਹਨਾਂ ਦਿਨਾਂ ਦੇ ਵਿੱਚ ਕੋਵਿਡ ਦੇ ਨਾਲ ਜੋ ਹਾਲਾਤ ਬਣੇ ਹੋਏ ਨੇ, ਜਿਵੇਂ ਗੰਗਾ ਦੇ ਵਿੱਚ ਤੈਰਦੀਆਂ ਹੋਈਆਂ ਲਾਸ਼ਾਂ ਆਈਆਂ, ਇੱਕ ਨਜ਼ਮ ਲਿਖੀ। ਉਹ ਨਜ਼ਮ ਜਿਹੜੀ ਆ ਬਹੁਤ ਪਾਪੂਲਰ ਹੋ ਗਈ, ਉਹ ਕਈ ਭਾਸ਼ਾਵਾਂ ਦੇ ਵਿੱਚ ਟ੍ਰਾਂਸਲੇਟ ਹੋਈ, ਪੰਜਾਬੀ 'ਚ ਵੀ ਹੋਈ ਆ। ਤੇ ਉਹਦੇ ਨਜ਼ਮ ਦੇ ਵਾਇਰਲ ਹੋਣ ਤੋਂ ਬਾਅਦ 25,000 ਗਾਲਾਂ ਇੱਕ ਘੰਟੇ ਤੋਂ ਉਸ ਕਵਿਤਰੀ ਨੂੰ ਕੱਢੀਆਂ ਗਈਆਂ ਭਾਜਪਾ ਦੇ IT ਸੈੱਲ ਵੱਲੋਂ ਆਰਗੇਨਾਈਜ਼ਡ ਤਰੀਕੇ ਦੇ ਨਾਲ। ਇਸ ਤੋਂ ਪਤਾ ਲੱਗ ਜਾਂਦਾ ਹੈ ਕਿ ਸਰਕਾਰ ਤਾਂ ਇੱਕ ਕਵੀ ਤੋਂ ਵੀ ਡਰਦੀ ਹੈ, ਜਿਹੜਾ ਕਵੀ ਥੋੜ੍ਹਾ ਬਹੁਤ ਸੱਚ ਵੀ ਬਿਆਨ ਕਰਦਾ ਹੈ। ਸਰਕਾਰ ਤਾਂ ਇੱਕ ਅਪਾਹਜ ਕਿਸਮ ਦਾ ਜਿਹੜਾ ਚਿੰਤਕ ਹੈ, ਬੁੱਧੀਜੀਵੀ ਹੈ, ਵਰਵਰਾ ਰਾਓ, ਇੱਕ ਹੋਰ ਚਿੰਤਕ ਦਾ ਨਾਮ ਹੈ ਭੁੱਲਦਾ, ਉਹ 80, 85, 90 ਸਾਲ ਦੇ ਜਿਹੜੇ ਲੋਕ ਹੈ, ਜਿਹੜੇ ਸ਼ਬਦ ਰਾਹੀਂ ਲੜਦੇ ਆ, ਸ਼ਬਦ ਰਾਹੀਂ ਆਪਣੀ ਗੱਲ ਕਰਦੇ ਆ। ਸਰਕਾਰ ਤਾਂ ਉਹ ਤੋਂ ਖੌਫ ਖਾ ਕੇ ਉਹਨਾਂ ਨੂੰ ਜੇਲ੍ਹਾਂ ਸੁੱਟਣ 'ਤੇ ਲੱਗੀ ਹੋਈ ਹੈ। ਤੇ ਟਵਿੱਟਰ, ਇੰਸਟਾਗ੍ਰਾਮ ਤੇ ਫੇਸਬੁੱਕ ਵਰਗੇ ਤਾਂ ਜਿਹੜੇ ਗਲੋਬਲ ਇੱਕ ਟੂਲ ਨੇ, ਉਹਨਾਂ ਟੂਲਸ ਦੇ ਉੱਤੇ ਜਦ ਪੈਰਲਲ ਇੱਕ ਕਿਸਾਨ ਅੰਦੋਲਨ ਦੇ ਨਾਂ 'ਤੇ ਲਗਾਤਾਰ ਇੱਕ ਪੋਜ਼ੀਟਿਵ ਕਿਸਮ ਦੀ ਇੱਕ ਮੂਵਮੈਂਟ ਚੱਲੀ, ਉਹਦੇ ਤੋਂ ਵੀ ਘਬਰਾ ਗਈ ਆ ਸਰਕਾਰ। ਕਰੋਨਾ ਕਾਲ ਦੇ ਵਿੱਚ ਜਿਹੜੀਆਂ ਬਦਇਲਜ਼ਾਮੀਆਂ ਆ ਜਾਂ ਨਾਕਾਮੀਆਂ ਸਰਕਾਰ ਦੀਆਂ, ਉਹਦੇ 'ਤੇ ਸਵਾਲ ਜਦੋਂ ਉੱਠ ਰਹੇ ਨੇ, ਸਰਕਾਰ ਦਾ ਜਿਹੜਾ ਸੱਚ ਹੈ ਉਹ ਨੰਗਾ ਹੋ ਰਿਹਾ, ਉਹਦੇ ਤੋਂ ਘਬਰਾ ਗਈ ਆ ਸਰਕਾਰ। ਤੇ 3 ਮਹੀਨੇ ਪਹਿਲਾਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਸੀ ਸੋਸ਼ਲ ਪਲੇਟਫਾਰਮਸ ਨੂੰ, ਤੇ ਉਹਨਾਂ ਨੇ ਲਾਗੂ ਨਹੀਂ ਕੀਤੀ, ਤੇ ਹੁਣ ਉਹਨਾਂ ਦੇ ਦਫ਼ਤਰ 'ਤੇ ਛਾਪੇ ਤੱਕ ਮਾਰੇ ਜਾ ਰਹੇ ਆ। ਜੇ ਇਸ ਪਾਸੇ ਵੱਲ ਨੂੰ ਸਰਕਾਰ ਵਧੇਗੀ ਤਾਂ ਇਹ ਕੋਈ ਕਹਿ ਲਓ ਵੀ ਚਾਈਨਾ ਦੀ ਕੰਪਨੀ ਨਹੀਂ ਹੈ। ਫੇਸਬੁੱਕ, ਇੰਸਟਾਗ੍ਰਾਮ ਜਾਂ ਬਾਕੀ ਸੋਸ਼ਲ ਪਲੇਟਫਾਰਮ, ਉਹਨਾਂ ਦਾ ਇੱਕ ਗਲੋਬਲ ਜਿਹੜਾ ਨੈਟਵਰਕ ਹੈ, ਤੇ ਉਹਦੇ ਪਿੱਛੇ ਵਰਲਡ ਕਾਰਪੋਰੇਟ ਹੈ। ਜੇ ਵਰਲਡ ਕਾਰਪੋਰੇਟ ਦੇ ਨਾਲ ਟਕਰਾਅ ਦੇ ਵਿੱਚ ਸਰਕਾਰ ਆਉਂਦੀ ਹੈ ਇਹਨਾਂ ਇਸ਼ੂਜ਼ ਦੇ ਉੱਤੇ, ਤਾਂ ਫਿਰ ਇਹ ਸਰਕਾਰ ਦਾ ਆਉਣ ਵਾਲੇ ਸਮੇਂ ਦੇ ਵਿੱਚ ਰਿਪੀਟ ਹੋਣ ਦਾ ਜਿਹੜਾ ਸੁਪਨਾ ਆ, ਉਹ ਵੀ ਭੰਗ ਹੋ ਜਾਣਾ ਹੈ। ਵਰਲਡ ਕਾਰਪੋਰੇਟ ਨੇ ਵੀ ਆਪਣੇ ਮੋਹਰੇ ਬਦਲਨੇ ਹੁੰਦੇ ਆ ਸਮੇਂ ਦੇ ਉੱਤੇ। ਵਰਲਡ ਕਾਰਪੋਰੇਟ ਵੀ ਸ਼ਾਇਦ ਇਹ ਸਮਝ ਰਿਹਾ ਜਾਂ ਦੇਖ ਰਿਹਾ ਵੀ ਨਰਿੰਦਰ ਮੋਦੀ ਉਸ ਰੂਪ ਦੇ ਵਿੱਚ ਸਫਲ ਨਹੀਂ ਹੋ ਪਾ ਰਹੇ
ਜਿਸ ਰੂਪ ਨੂੰ ਸਵੀਕਾਰ ਕਰਦਿਆਂ ਹੋਇਆਂ ਜਾਂ ਉਹਨੂੰ ਭਵਿੱਖ ਦਾ ਇੱਕ ਆਪਣਾ ਜਿਹੜਾ ਪੂਰਨ ਰੂਪ ਦੇ ਵਿੱਚ ਟੂਲ ਪ੍ਰਵਾਨ ਕਰਦਿਆਂ ਹੋਇਆਂ ਨਰਿੰਦਰ ਮੋਦੀ ਨੂੰ ਉਹਨਾਂ ਨੇ ਲਿਆਂਦਾ ਸੀ। ਸੋ ਕਾਫੀ ਤੋਰੇ ਤੇਰੇ ਚੌਰੇ ਸੰਕਟ ਦੇ ਵਿੱਚ ਹੈ ਇਸ ਵੇਲੇ ਨਰਿੰਦਰ ਮੋਦੀ ਦੀ ਸਰਕਾਰ। ਦਸਾਂਝ ਸਾਹਿਬ, ਤੁਸੀਂ ਕਹਿ ਰਹੇ ਹੋ ਵਰਲਡ ਕਾਰਪੋਰੇਟ ਇਹਨਾਂ ਕੋਲੋਂ ਦੁਖੀ ਆ, ਇੱਕ ਦੋ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਨੇ ਅਡਾਨੀ ਅੰਬਾਨੀ ਨੂੰ ਛੱਡ ਕੇ ਬਾਕੀ ਹਿੰਦੁਸਤਾਨ ਦੇ ਜਿਹੜੇ ਘਰਾਣੇ ਨੇ ਜਿਹੜੇ ਆਪਾਂ ਬਚਪਨ ਤੋਂ ਸੁਣਦੇ ਆਏ ਆ, ਟਾਟਾ ਬਾਟਾ, ਡਾਲਮੀਆ ਔਰ ਥਾਪਰ, ਮੋਦੀ, ਜਿਹੜੇ ਆਪਾਂ ਕਾਫੀ ਸੁਣਦੇ ਆਏ ਆ, ਉਹਨਾਂ ਦਾ ਕਿਤੇ ਨਾਂ ਥੇ ਨਹੀਂ ਆ, ਉਹ ਵੀ ਕਿਤੇ ਨਿਰਾਸ਼ ਹੋਣਗੇ। ਵਰਲਡ ਕਾਰਪੋਰੇਟ ਉਹਨਾਂ ਤੋਂ ਨਾਰਾਜ਼ ਆ, ਭਾਰਤ ਦੀ ਜਨਤਾ ਨਾਰਾਜ਼ ਹੈ, ਦੁਨੀਆ ਭਰ ਦਾ ਜਿਹੜਾ ਮੀਡੀਆ ਉਹ ਨਾਰਾਜ਼ ਚੱਲ ਰਿਹਾ ਹੈ, ਇੱਥੋਂ ਤੱਕ ਕਿ ਉਹਨਾਂ ਦੀ ਮਾਂ ਪਾਰਟੀ RSS ਉਹਨਾਂ ਤੋਂ ਨਾਰਾਜ਼ ਹੈ। ਤੇ ਫਿਰ ਕਿਸ ਤਰ੍ਹਾਂ ਇਹ ਸਰਕਾਰ ਜਿਹੜੀ ਆ ਇਹ ਸਰਵਾਈਵ ਹੋਣ ਦੇ ਚਾਂਸ ਆ ਕਿ ਇਹ ਆਪਣਾ ਸਮਾਂ ਪੂਰਾ ਕਰ ਪਾਉਣਗੇ ਇਹਨਾਂ ਹਾਲਾਤਾਂ ਦੇ ਵਿੱਚ? ਦੇਖੋ, ਮੇਰਾ ਇਹ ਮੰਨਣਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ 'ਚ ਤਬਦੀਲੀ ਦਾ ਜਿਹੜਾ ਮਸਲਾ ਆ ਉਹ ਕਾਫੀ ਅਹਿਮ ਹੈ। ਪਰ ਕਈ ਵਾਰ ਇਹ ਹੁੰਦਾ ਹੈ ਕਿ ਜਿਹੜਾ ਇਸ ਤਰ੍ਹਾਂ ਦਾ ਸੰਕਟ ਦਾ ਸਮਾਂ ਹੁੰਦਾ ਹੈ ਉਦੋਂ ਕਹਿ ਲਓ ਵੀ ਜਿਸ ਕਿਸਮ ਦਾ ਮਾਹੌਲ ਜਿਹਾ ਬਣ ਜਾਂਦਾ ਹੈ, ਜਿੱਦਾਂ ਸਾਡੇ ਮੁਹਾਵਰਾ ਹੈ ਕਿ ਚੱਲਦੀ ਹੋਈ ਜੰਗ ਦੇ ਵਿੱਚ ਜਿਹੜੇ ਹੈ ਉਹ ਮੋਹਰੇ ਨਹੀਂ ਬਦਲੇ ਜਾਇਆ ਕਰਦੇ। ਸੋ ਮੈਨੂੰ ਲੱਗਦਾ ਹੈ ਕਿ ਔਖੇ ਸੌਖੇ ਕੁਝ ਚੀਜ਼ਾਂ ਜਿਹੜੀਆਂ ਰੀਸੈਟ ਕਰਨ ਦੀ ਕੋਸ਼ਿਸ਼ ਹੈ, ਰੀਸੈਟ ਕਰਕੇ ਇਹਨਾਂ ਨੂੰ 3 ਸਾਲ ਤੱਕ ਤਾਂ ਇੱਦਾਂ ਚਲਾਉਣ ਦੀ ਕੋਸ਼ਿਸ਼ ਰਹੇਗੀ। ਕਿਉਂਕਿ ਜੇ 3 ਸਾਲ ਤੋਂ ਪਹਿਲਾਂ ਇਹ ਮੋਹਰੇ ਬਦਲਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸ਼ਾਇਦ ਜ਼ਿਆਦਾ ਨੁਕਸਾਨ ਤਸੱਵਰ ਕਰਦੇ ਹੋ ਸਕਦੇ ਆ। ਇਸੇ ਕਰਕੇ ਜਿਹੜੀ ਲੇਟੈਸਟ ਖਬਰ ਹੈ ਬਈ 4-5 ਦਿਨ ਪਹਿਲਾਂ ਜਿਹੜੀ RSS ਦੇ ਕੁਝ ਟੀਮ ਬਣਾਈ ਆ ਮੋਹਨ ਭਾਗਵਤ ਨੇ, ਉਹਦੀ ਮੀਟਿੰਗ ਹੋਈ ਆ ਜਿਹੜੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੇ ਨਾਲ, ਜਿਹਦੇ 'ਚ ਇਹੀ ਵਿਚਾਰ ਕੀਤਾ ਗਿਆ ਵੀ ਹੁਣ ਭਵਿੱਖ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਨੇ, ਸਪੈਸ਼ਲੀ ਜਿਹੜਾ ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਦੇ ਵਿੱਚ, ਉੱਥੇ ਕਿਵੇਂ ਅਸੀਂ ਲੋਕਾਂ ਦੇ ਕੋਲ ਜਾਣਾ ਕੀ ਲੈ ਕੇ ਆ, ਲੋਕਾਂ ਨੇ ਤਾਂ ਸਵਾਲ ਕਰਨੇ ਆ, ਉਹ ਜਵਾਬ ਕਿੱਦਾਂ ਦੇਣੇ ਆ, ਜਾਂ ਕਰੋਨਾ ਕਾਲ ਦੇ ਵਿੱਚ ਜਿਹੜੀ ਬਦਇੰਤਜ਼ਾਮੀ ਰਹੀ ਹੈ, ਸਰਕਾਰ ਦੀ ਫੇਲਰ ਰਹੀ ਹੈ, ਕਿੱਦਾਂ ਲੋਕਾਂ ਦੇ ਕੋਲ ਜਾ ਕੇ ਆਪਣੀ ਤਸਵੀਰ ਨੂੰ ਸਹੀ ਤਰੀਕੇ ਨਾਲ ਪੇਸ਼ ਕਰ ਸਕੀਏ। ਕਿਸਾਨ ਅੰਦੋਲਨ ਜਿਹਨੇ ਬਹੁਤ ਇਫੈਕਟ ਕਰਨਾ ਆ, ਜਿਹੜੀਆਂ ਅਗਲੀਆਂ ਚੋਣਾਂ ਦੇ ਵਿੱਚ ਬਹੁਤ ਵੱਡਾ ਅਸਰ ਉਹਦਾ ਰਹਿਣਾ ਆ, ਕਿਸਾਨ ਅੰਦੋਲਨ ਨਾਲ ਹੋ ਕੇ ਕਿੱਦਾਂ ਡੀਲ ਕਰੀਏ, ਇਹ ਕੁਝ ਚੀਜ਼ਾਂ ਵਿਚਾਰੀਆਂ ਗਈਆਂ ਨੇ। ਉਹਦੇ ਤੋਂ ਮੈਨੂੰ ਲੱਗਦਾ ਹੈ ਕਿ ਕਿਉਂਕਿ ਉਹਦੇ 'ਚ ਇੱਕ ਗੱਲ ਹੋਰ ਵੀ ਆਈ ਕਿ ਹਾਲੇ 20 ਸਾਲ ਤੱਕ ਉੱਤਰ ਪ੍ਰਦੇਸ਼ ਦੇ ਵਿੱਚ ਕੰਟੀਨਿਊਸਲੀ ਜਿਹੜੀ ਰੱਖਣੀ ਹੈ ਹੁਕੂਮਤ ਭਾਰਤੀ ਜਨਤਾ ਪਾਰਟੀ ਦੀ, ਚਾਹੇ ਉਹਦਾ ਚਿਹਰਾ ਯੋਗੀ ਆਦਿੱਤਿਆਨਾਥ ਹੋਵੇ ਜਾਂ ਚਿਹਰਾ ਬਦਲ ਦਿੱਤਾ ਜਾਏ। ਸੋ ਮੈਨੂੰ ਲੱਗਦਾ ਹੈ ਕਿ ਇਹ 3 ਸਾਲ ਤਾਂ ਸ਼ਾਇਦ ਇਹਨਾਂ ਦੇ ਨਾਲ ਹੀ ਸਾਨੂੰ ਕੱਟਣੇ ਪੈਣੇ ਆ, ਕਿਉਂਕਿ 303 ਸੀਟਾਂ ਇਕੱਲੀ ਭਾਰਤੀ ਜਨਤਾ ਪਾਰਟੀ ਕੋਲ ਹੈ। ਇਹ ਸਰਕਾਰ ਜਿਹੜੀ ਹੈ ਥੋੜ੍ਹੀ ਬਹੁਤ ਵੀ ਵਿਸਾਖੀਆਂ ਤੇ ਹੁੰਦੀ ਤਾਂ ਸ਼ਾਇਦ ਜਿਸ ਤਰ੍ਹਾਂ ਦੇ ਸੰਕਟ ਤੋਂ ਅਸੀਂ ਗੁਜ਼ਰ ਰਹੇ ਹਾਂ ਹੁਣ ਤੱਕ ਇਹ ਸਰਕਾਰ ਡਿੱਗੀ ਨਹੀਂ ਹੁੰਦੀ, ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਕੋਲ ਆਪਣਾ ਪ੍ਰਚੰਡ ਕਿਸਮ ਦਾ ਬਹੁਮਤ ਹੈ 303 ਸੀਟਾਂ ਦਾ। ਇਸ ਕਰਕੇ ਹਾਲ ਫਿਲਹਾਲ ਨਰਿੰਦਰ ਮੋਦੀ ਨੂੰ ਹੀ ਆਪਣੇ ਕਹਿ ਲਓ ਵੀ ਇੱਕ ਲੀਡਰ ਦੇ ਤੌਰ 'ਤੇ, ਸਰਕਾਰ ਦੇ ਆਗੂ ਦੇ ਤੌਰ 'ਤੇ ਹਾਲੇ ਸ਼ਾਇਦ RSS ਚਲਾਉਣਾ ਚਾਹੇਗੀ, ਜਿੰਨੀ ਦੇਰ ਤੱਕ ਅਲਟਰਨੇਟ ਜਿਹੜਾ ਆ ਉਹਨੂੰ ਡਿਵੈਲਪ ਕਰਕੇ ਲੋਕਾਂ ਦੇ ਸਾਹਮਣੇ ਪੇਸ਼ ਕਰਨ ਦਾ ਪੂਰਾ ਜਿਹੜਾ ਇੱਕ ਨਕਸ਼ਾ ਨਾ ਤਿਆਰ ਕਰ ਲਿਆ ਜਾਏ। ਉਹ ਅੰਦਰ ਖਾਤੇ ਕੁਝ ਚੀਜ਼ਾਂ ਚੱਲ ਰਹੀਆਂ ਹੋ ਸਕਦੀਆਂ, ਪਰ ਪੈਰਲਲ ਜਿਹੜਾ ਗਲੋਬਲ ਮੀਡੀਆ ਦਾ ਜਿਸ ਤਰੀਕੇ ਦੇ ਨਾਲ ਵਰਤਾਰਾ ਅਸੀਂ ਦੇਖ ਰਹੇ ਹਾਂ, ਜਾਂ ਜਿਵੇਂ ਨਜ਼ਰੀਆ ਨਰਿੰਦਰ ਮੋਦੀ ਦੇ ਪ੍ਰਤੀ ਬਦਲਿਆ, ਉਹ ਕੇਵਲ ਗਲੋਬਲ ਮੀਡੀਆ ਹੀ ਨਹੀਂ ਹੈ, ਉਸ ਗਲੋਬਲ ਮੀਡੀਆ ਦੇ ਪਿੱਛੇ ਵਰਲਡ ਕਾਰਪੋਰੇਟ ਹੀ ਹੈ। ਸੋ ਇਹਦਾ ਮਤਲਬ ਵਰਲਡ ਕਾਰਪੋਰੇਟ ਸ਼ਾਇਦ ਮੋਹਰੇ ਬਦਲਣ ਦੀ ਕੋਸ਼ਿਸ਼ ਰਹੇਗਾ ਕਿ ਉਹ ਮੋਹਰੇ ਕੇਸ ਰੂਪ ਦੇ ਵਿੱਚ ਕਦੋਂ ਬਦਲਨੇ ਆ। ਕਿਉਂਕਿ ਇਹ ਜਿਹੜੇ ਲੋਕ ਹੈ, ਜੇ ਤੁਸੀਂ ਇਹਨਾਂ ਨੂੰ ਦੇਖੋਗੇ, ਜੇ ਭਾਰਤ ਦੇ ਹਵਾਲੇ ਨਾਲ ਗੱਲ ਕਰੀਏ, ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਹੜੀ ਪਾਰਟੀ ਧਿਰ ਕਿਹੜੀ ਜਾਂ ਕਿਹੜਾ ਕੋਈ ਲੀਡਰ ਜਿਹੜਾ ਆ ਉਹਦੀ ਪੋਪੂਲੈਰਿਟੀ ਕਿੰਨੇ % ਹੋ ਸਕਦੀ ਹੈ, ਉਹਨੂੰ ਕਿੰਨੇ % ਵੋਟ ਸ਼ੇਅਰ ਮਿਲਣ ਦੀ ਸੰਭਾਵਨਾ ਹੈ, ਇਹਨੂੰ ਦੇਖਦੇ ਇਹ ਫੰਡਿੰਗ ਕਰਦੇ ਆ। ਇਹ ਨਹੀਂ ਹੈ ਕਿ ਅਡਾਨੀਆਂ ਤੇ ਅੰਬਾਨੀਆਂ ਨੇ ਕੇਵਲ ਤੇ ਕੇਵਲ ਨਰਿੰਦਰ ਮੋਦੀ ਦੀ ਭਾਰਤੀ ਜਨਤਾ ਪਾਰਟੀ ਨੂੰ ਹੀ ਫੰਡਿੰਗ ਕੀਤੀ ਹੈ, ਉਹਨਾਂ ਨੇ ਪੈਰਲਲ ਫੰਡਿੰਗ ਜਿਹੜੀਆਂ ਬਾਕੀ ਖੇਤਰੀ ਪਾਰਟੀਆਂ ਨੂੰ ਵੀ ਕੀਤੀ ਹੈ, ਉਹਨਾਂ ਨੇ ਫੰਡਿੰਗ ਕਾਂਗਰਸ ਨੂੰ ਵੀ ਕੀਤੀ ਹੈ, ਸਿਰਫ ਰੇਸ਼ੋ ਦਾ ਫਰਕ ਹੈ। ਸੋ ਜਿੱਥੋਂ ਉਹਨਾਂ ਨੂੰ ਲੱਗਦਾ ਹੈ ਕਿ ਇਹ ਲੋਕ ਅਸੀਂ ਵੀ ਕੋਸ਼ਿਸ਼ ਕਰਾਂਗੇ ਤੇ ਇਹਨਾਂ ਦਾ ਆਪਣੀ ਵੀ ਇੱਕ ਮੂਵ ਚੱਲੀ ਹੋਈ ਹੈ, ਇਹ ਹਕੂਮਤ 'ਚ ਆ ਸਕਦੇ ਆ, ਉਹਨਾਂ ਨੂੰ ਫੰਡਿੰਗ ਦੇ ਗੱਫੇ ਜ਼ਿਆਦਾ ਹੁੰਦੇ ਆ, ਫਿਰ ਉਹਨਾਂ ਤੋਂ ਸਾਰੇ ਕੰਮ ਲੈਣੇ ਹੁੰਦੇ। ਸੋ ਵਰਲਡ ਕਾਰਪੋਰੇਟ ਦੇਖਦਾ ਰਹਿੰਦਾ ਹੈ
ਜਾਂ ਸਾਡੇ ਵਾਲਾ ਕਾਰਪੋਰੇਟ ਵਰਲਡ ਜਿਹੜਾ ਹੈ ਭਾਰਤ ਦਾ, ਉਹ ਵੀ ਦੇਖਦਾ ਰਹਿੰਦਾ ਹੈ ਕਿ ਭਾਰਤ ਦੇ ਵਿੱਚ ਬਦਲਦੇ ਹੋਏ ਲੋਕਾਂ ਦੇ ਤੇਵਰ ਕੀ ਹੈ। ਸੋ ਲੋਕਾਂ ਦੇ ਤੇਵਰ ਵੀ ਬਦਲ ਰਹੇ ਆ। ਵਰਲਡ ਕਾਰਪੋਰੇਟ ਜਾਂ ਜਿਹੜਾ ਕਾਰਪੋਰੇਟ ਜਗਤ ਹੈ ਉਹ ਵੀ ਆਪਣੇ ਮੋਹਰੇ ਬਦਲਣ ਦੀ ਫਿਰਾਕ 'ਚ ਹੋ ਸਕਦਾ ਜੀ। ਦਸਾਂਝ ਸਾਹਿਬ, ਜਿਹੜੀ ਕਿਸਾਨ ਮੂਵਮੈਂਟ ਦਾ ਅੱਜ ਵਾਲਾ ਐਕਸ਼ਨ ਸੀਗਾ ਉਹਦੀ ਸਫਲਤਾ ਨੂੰ ਵੇਖਦੇ ਹੋਏ, ਪਰ ਦੂਜੇ ਪਾਸੇ ਕਿਸਾਨ ਲੀਡਰਸ਼ਿਪ ਵੱਲੋਂ ਇੱਕ ਲੈਟਰ ਲਿਖਿਆ ਗਿਆ ਸੀ ਪਿਛਲੇ ਦਿਨੀ, ਕੀ ਕੋਈ ਉਮੀਦ ਵੱਜਦੀ ਆ ਕਿ ਸਰਕਾਰ ਉਹਨਾਂ ਨੂੰ ਹੁਣ ਅਗਲੀ ਮੀਟਿੰਗ ਵਾਸਤੇ ਕਾਲ ਕਰ ਸਕਦੀ ਆ ਕਿ ਨਹੀਂ? ਕਿਸ ਤਰ੍ਹਾਂ ਲੱਗਦਾ ਹੈ ਕਿ ਕਿਤੇ ਨਾ ਕਿਤੇ ਕੋਈ ਚੱਲ ਰਿਹਾ ਸੀ ਕਿ ਪਿੱਛੇ ਕੋਈ ਗੱਲਬਾਤ ਚੱਲ ਰਹੀ ਸੀ ਜਿਹਦਾ ਕਰਕੇ ਦੁਬਾਰਾ ਖਤੋ ਖਤਾਬਤ ਸ਼ੁਰੂ ਹੋਈ ਆ, ਤੇ ਕੀ ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ ਕੁਝ ਦਿਨਾਂ 'ਚ ਅਸੀਂ ਕੋਈ ਨਵਾਂ ਮੋੜ ਦੇਖਾਂਗੇ ਇਸ ਮੂਵਮੈਂਟ ਨੂੰ ਲੈ ਕੇ? ਜਿਹੜਾ ਨਜ਼ਰੀਆ ਹੈ ਸਰਕਾਰ ਦਾ ਉਹ ਕੁਝ ਬਦਲਿਆ ਹੋਇਆ ਸਾਨੂੰ ਦਿਖੇਗਾ, ਜਾਂ ਇਹ ਸਥਿਤੀ ਇਸ ਤਰ੍ਹਾਂ ਹੀ ਬਰਕਰਾਰ ਜੇ ਰਹੇਗੀ ਹੋਰ ਕੋਈ ਸਮਾਂ? ਦੇਖੋ, ਵੈਸੇ ਤਾਂ ਇਸ ਸਰਕਾਰ ਤੋਂ ਸਿਆਣਪ ਦੀ ਕੋਈ ਬਹੁਤੀ ਉਮੀਦ ਨਹੀਂ। ਜਿਹੜੀਆਂ ਸਿਆਣੀਆਂ ਸਰਕਾਰਾਂ ਹੋਇਆ ਕਰਦੀਆਂ ਉਹ ਲੋਕਾਂ ਦੇ ਤੇਵਰ ਦੇਖ ਕੇ ਨਾਲ ਦੀ ਨਾਲ ਆਪਣੀਆਂ ਜਿਹੜੀਆਂ ਨੀਤੀਆਂ 'ਚ ਭਾਵੇਂ ਉਹ ਤਬਦੀਲੀਆਂ ਨਾ ਕਰਨ, ਪਰ ਘੱਟੋ ਘੱਟ ਪੇਸ਼ਕਾਰੀ ਇੱਦਾਂ ਕਰਦੀਆਂ ਹੈ ਕਿ ਸਾਡੀ ਨੀਅਤ ਤੁਹਾਡੇ ਪ੍ਰਤੀ ਸਾਫ਼ ਹੈ ਜਾਂ ਇਮਾਨਦਾਰ ਹੈ। ਇੱਦਾਂ ਦੀ ਉਮੀਦ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਜਿਹੜੀ ਹੈ ਉਹਨੂੰ ਦੇਖ ਕੇ ਲੱਗਦੀ ਤਾਂ ਨਹੀਂ ਹੈ ਕਿ ਉਹ ਸਿਆਣਪ ਵਾਲੀ ਕੋਈ ਗੱਲ ਕਰਨ। ਪਰ ਜਿਵੇਂ ਹਲਚਲ ਹੈ, ਉਹ ਹਲਚਲ ਜਿਹਦਾ ਜ਼ਿਕਰ ਮੈਂ ਹੁਣੇ ਕੀਤਾ, RSS ਦੀ ਜਿਹੜੀ ਹਲਚਲ ਹੈ, ਸੋ ਉੱਥੋਂ ਖਬਰਾਂ ਇੱਦਾਂ ਦੀਆਂ ਆ ਰਹੀਆਂ ਹੈ ਵੀ RSS ਜਿਹੜੀ ਹੋਣੀ ਚਾਹੁੰਦੀ ਹੈ ਵੀ ਕਿਸਾਨਾਂ ਦੇ ਅੰਦੋਲਨ ਨੂੰ ਕਿਸੇ ਸਹੀ ਤਰੀਕੇ ਦੇ ਨਾਲ ਵਾਈਂਡ ਅਪ ਕੀਤਾ ਜਾਏ, ਤਾਂ ਜੋ ਆਉਣ ਵਾਲੇ ਜਿਹੜੇ ਦਿਨ ਹੈ ਉਹਨਾਂ ਦਿਨਾਂ ਦੇ ਵਿੱਚ ਆਪਣੇ ਆਪ ਨੂੰ ਰੀਸੈਟ ਕਰ ਲਿਆ ਜਾਏ, ਜਾਂ ਆਪਣੇ ਆਪ ਨੂੰ ਜਿਹੜਾ ਬਹੁਤ ਕੁਝ ਜਿਹੜਾ ਗਵਾ ਲਿਆ ਉਹਨੂੰ ਵਾਪਸ ਹਾਸਲ ਕਰਨ ਦੀ ਜਾਂ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾਏ। ਤੇ ਆਉਂਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹੀ RSS ਚਾਹੁੰਦੀ ਹੈ ਕਿ ਉੱਤਰ ਪ੍ਰਦੇਸ਼ ਸਪੈਸ਼ਲੀ ਉੱਥੇ ਭਾਰਤੀ ਜਨਤਾ ਪਾਰਟੀ ਨੂੰ ਵਾਪਸ ਲਿਆਂਦਾ ਜਾਏ। ਸੋ RSS ਵੱਲੋਂ ਕੋਈ ਡਾਇਰੈਕਸ਼ਨ ਜਾਂ ਨਿਰਦੇਸ਼ਨਾ ਹੈ ਇਸ ਕਿਸਮ ਦੀ ਕਿ ਕਿਸਾਨਾਂ ਦੇ ਨਾਲ ਗੱਲਬਾਤ ਦੇ ਦਰਵਾਜ਼ੇ ਫੇਰ ਤੋਂ ਖੋਲ੍ਹੇ ਜਾਣ। ਦੂਜਾ, 26 ਮਈ ਦਾ ਐਕਸ਼ਨ ਐਡਾ ਵੱਡੀ ਪੱਧਰ ਦੇ ਉੱਤੇ ਸਫਲ ਹੋਇਆ, ਦੁਨੀਆ ਭਰ ਤੋਂ ਵੀ ਆਵਾਜ਼ਾਂ ਆ ਰਹੀਆਂ, ਤੇ ਸ਼ਾਇਦ ਮੈਨੂੰ ਲੱਗਦਾ ਹੈ ਕਿ 5-4 ਦਿਨਾਂ ਤੱਕ ਸਰਕਾਰ ਕਿਸੇ ਨਾ ਕਿਸੇ ਢੰਗ ਦੇ ਨਾਲ ਫੇਰ ਤੋਂ ਡਾਇਲੋਗ ਦੇ ਟੇਬਲ ਤੇ ਆਏਗੀ। ਡਾਇਲੋਗ ਦੇ ਟੇਬਲ ਤੇ ਆ ਕੇ ਉਹ ਕਿਸਾਨਾਂ ਨਾਲ ਕੇਸ ਪਿੱਚ ਤੇ ਗੱਲ ਕਰੇਗੀ, ਇਹ ਮੈਂ ਕੋਈ ਦਾਅਵਾ ਨਹੀਂ ਕਰ ਸਕਦਾ। ਪਰ ਇਹ ਜ਼ਰੂਰ ਹੈ ਕਿ ਜਿਹੜੀ ਪਹਿਲੀ ਆਫਰ ਸੀ ਸਰਕਾਰ ਦੀ, ਉਹਦੇ ਤੋਂ ਸਰਕਾਰ ਨੂੰ ਅੱਗੇ ਵਧਣਾ ਪਏਗਾ। ਸਰਕਾਰ 1.5 ਸਾਲ ਇਹਨਾਂ ਕਾਨੂੰਨਾਂ ਨੂੰ ਪੋਸਟਪੋਨ ਕਰਨ ਵਾਸਤੇ ਪਹਿਲੇ ਤਿਆਰ ਸੀ। ਸਰਕਾਰ 90-95% ਇਹਨਾਂ ਕਾਨੂੰਨਾਂ ਦੇ ਵਿੱਚ ਸੋਧ ਕਰਨ ਨੂੰ ਵੀ ਪਹਿਲੇ ਤਿਆਰ ਸੀ। ਕੋਈ ਨਵੀਂ ਆਫਰ ਕੀ ਹੋ ਸਕਦੀ ਹੈ? ਇਹ ਹੁਣ ਸਰਕਾਰ ਤੇ ਪਹਿਲੀ ਗੱਲ ਤਾਂ ਇਹੀ ਹੈ ਵੀ ਸਰਕਾਰ ਗੱਲਬਾਤ ਨੂੰ ਮੇਜ਼ ਤੇ ਆਵੇ। ਖੁਦ ਸਰਕਾਰ ਵੀ ਇਹ ਮੰਨਦੀ ਹੈ ਕਿ ਮਸਲੇ ਜਿਹੜੇ ਹੈ, ਖਾਸ ਤੌਰ ਤੇ ਇਸ ਤਰ੍ਹਾਂ ਦੇ ਸੰਵੇਦਨਸ਼ੀਲ ਮਸਲੇ, ਉਹ ਗੱਲਬਾਤ ਦੀ ਮੇਜ਼ ਤੇ ਜਾ ਕੇ ਹੱਲ ਹੋਣੇ ਆ। ਪਰ ਗੱਲਬਾਤ ਦੀ ਮੇਜ਼ ਤੇ ਆ ਕੇ ਉਹੀ ਬੇਈਮਾਨੀ ਵਾਲੀ ਜਿਹੜੀ ਖੇਡ ਖੇਡਣੀ ਜਾਰੀ ਰੱਖੀ ਤਾਂ ਮੁਸ਼ਕਿਲ ਹਾਲਾਤ ਬਣ ਸਕਦੇ ਆ। ਮੈਨੂੰ ਇਹ ਲੱਗਦਾ ਹੈ ਕਿ ਸਰਕਾਰ ਗੱਲਬਾਤ ਦੀ ਮੇਜ਼ ਤੇ ਆਉਣ ਵਾਲੀ ਹੈ, ਜਿਸ ਤਰ੍ਹਾਂ ਦੇ ਸੰਕੇਤ ਮਿਲ ਰਹੇ ਆ, ਜਿਸ ਤਰ੍ਹਾਂ RSS ਵੱਲੋਂ ਪਿੱਛੋਂ ਲਗਾਮਾਂ ਕੱਸੀਆਂ ਜਾ ਰਹੀਆਂ ਨਰਿੰਦਰ ਮੋਦੀ ਦੀਆਂ। ਦੂਜੀ, ਮੈਨੂੰ ਇਹ ਲੱਗਦਾ ਹੈ ਕਿ RSS ਦੀ ਨਿਰਦੇਸ਼ਨਾ 'ਚ ਜਦੋਂ ਫੇਰ ਤੋਂ ਗੱਲਬਾਤ ਦੇ ਦਰਵਾਜ਼ੇ ਖੁੱਲ੍ਹਣਗੇ, ਤਾਂ ਜਿੱਥੇ ਇੱਕ ਪਾਸੇ ਸਰਕਾਰ ਆਪਣੀ ਨਵੀਂ ਆਫਰ ਲੈ ਕੇ ਆਏਗੀ, ਉਹ ਆਫਰ ਕੀ ਹੋ ਸਕਦੀ ਹੈ? ਉਹ ਆਫਰ ਇਹ ਵੀ ਹੋ ਸਕਦੀ ਹੈ 3 ਸਾਲ ਸਾਡੀ ਸਰਕਾਰ ਰਹਿ ਗਈ ਹੈ, ਠੀਕ ਹੈ, ਅਸੀਂ 3 ਸਾਲ ਡੱਬਾ ਬੰਦ ਕੀਤਾ ਇਹਨਾਂ ਕਾਨੂੰਨਾਂ ਦਾ, ਅਸੀਂ ਨਹੀਂ ਲਾਗੂ ਕਰਦੇ, ਨਵੀਂ ਸਰਕਾਰ ਆਵੇ, ਜਿਹਦੀ ਆਉਂਦੀ ਉਹ ਦੇਖੇ ਇਹਨਾਂ ਨੂੰ। ਸੋ ਇੱਦਾਂ ਦੀ ਕੋਈ ਆਫਰ ਹੋ ਸਕਦੀ ਹੈ। ਉਹ ਆਫਰ ਸਰਕਾਰ ਦੀ ਜਿਹੜੀ ਹੈ ਆਉਂਦੀ ਆ ਨਹੀਂ ਆਉਂਦੀ ਤਾਂ ਵੱਖਰੀ ਗੱਲ ਹੈ। ਜੇ ਆਉਂਦੀ ਹੈ ਤਾਂ ਫਿਰ ਕੀ ਕਿਸਾਨ ਲੀਡਰਸ਼ਿਪ ਉਹਦੇ 'ਤੇ ਵਿਚਾਰ ਕਰਦੀ ਹੈ? ਇਹ ਕਿਸਾਨ ਲੀਡਰ ਤੈਅ ਕਰੇਗੀ, ਸੰਯੁਕਤ ਕਿਸਾਨ ਮੋਰਚਾ ਤੈਅ ਕਰੇਗਾ, ਜਾਂ ਜਿਹੜੇ ਕੁਝ ਇੱਕ ਦੋ ਗਰੁੱਪ ਵੱਖਰੇ ਹੈ ਪਰ ਸਾਂਝੀ ਜਿਹੜੀ ਐਜੂਕੇਸ਼ਨ ਆ ਉਹਦੇ ਹਿੱਸੇਦਾਰ ਹੈ, ਜੋਗਿੰਦਰ ਸਿੰਘ ਵਗੈਰਾ, ਇਹਨਾਂ ਦੀ ਸਾਂਝੀ ਤਾਲਮੇਲ ਕਮੇਟੀ ਇਹਦੇ 'ਤੇ ਡਿਸਕਸ ਕਰ ਰਹੀ ਹੋਏਗੀ ਵੀ ਗੱਲਬਾਤ ਹੋ ਸਕਦੀ ਹੈ ਤੇ ਗੱਲਬਾਤ 'ਚ ਨਵੀਂ ਆਫਰ ਇਸ ਕਿਸਮ ਦੀ ਆ ਸਕਦੀ ਹੈ। ਉਹ ਡਿਸਕਸ ਕਰਕੇ ਕੋਈ ਨਾ ਕੋਈ ਆਪਣਾ ਵੀ ਰਣਨੀਤੀ ਜਾਂ ਦਾਅਪੇਚ ਘੜ ਰਹੇ ਹੋਣਗੇ। ਉਹ ਕੀ ਹੈ, ਇਹਦਾ ਖੁਲਾਸਾ ਤਾਂ ਕਿਸਾਨ ਲੀਡਰਸ਼ਿਪ ਹੀ ਕਰੇਗੀ। ਬਿਲਕੁਲ। ਥੋੜੀ ਜਿਹੀ ਗੱਲ ਆਪਾਂ ਕਰੋਨਾ ਦੀ ਵੀ ਕਰ ਲਈਏ। ਆਪਣੇ ਦਸਾਂਝ ਸਾਹਿਬ,
ਅੰਕੜਾ ਜਿਹੜਾ ਭਾਰਤ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਉਹ 3 ਲੱਖ ਦੇ ਕਰੀਬ ਜਾਂ ਥੋੜਾ ਬਹੁਤਾ ਉੱਪਰ ਥੱਲੇ ਕਰਕੇ ਆ, ਪਰ ਨਿਊਯਾਰਕ ਟਾਈਮ ਦੇ ਜਿਹੜੀ ਖਬਰ ਆ ਲੱਗੀ ਆ ਔਰ ਤੁਸੀਂ ਵੀ ਇਹਨੂੰ ਨੋਟਿਸ ਚ ਲਿਆ ਆ ਕਿ ਉਹਨਾਂ ਨੇ ਕਿਹਾ ਕਿ ਭਾਰਤ ਵਿੱਚ ਹੁਣ ਤੱਕ 42 ਲੱਖ ਲੋਕ ਜਿਹੜੇ ਆ ਉਹ ਮਾਰੇ ਜਾਣ ਦਾ ਖਦਸ਼ਾ ਹੈ ਔਰ 70 ਕਰੋੜ ਲੋਕ ਹੁਣ ਤੱਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ, ਯਾਨੀ ਕਿ 2/3 ਲੋਕ ਸਿੱਧੇ ਤੌਰ ਤੇ ਕੋਰੋਨਾ ਦੇ ਮਰੀਜ਼ ਬਣ ਚੁੱਕੇ ਆ ਔਰ 42 ਲੱਖ ਦਾ ਅੰਕੜਾ ਤੇ ਫਿਰ ਬਹੁਤ ਵੱਡਾ ਅੰਕੜਾ ਹੋ ਗਿਆ ਨਾ ਜੀ, ਜੇ ਇਸ ਤਰ੍ਹਾਂ ਦੀ ਖਬਰ ਜਿਸ ਤਰ੍ਹਾਂ ਆ ਰਹੀ ਹੈ। ਦੇਖੋ ਇਹ ਤਾਂ ਨਿਊਯਾਰਕ ਟਾਈਮਸ ਨੇ ਸਪੈਸ਼ਲ ਰਿਪੋਰਟ ਛਾਪੀ ਹੈ ਤੇ ਉਹਨਾਂ ਨੇ ਕੁਝ ਫੈਕਟ ਵਗੈਰਾ ਇਹਦੇ ਤੇ ਸਾਹਮਣੇ ਲਿਆਂਦੇ ਆ। ਉਹਨਾਂ ਨੇ ਜਿਹੜੀ ਡੈਥ ਰੇਟ ਹੈ ਜਾਂ ਰਿਪੋਰਟਡ ਜਿਹੜੇ ਕੇਸ ਨੇ ਉਹਦੇ ਹਵਾਲੇ ਨਾਲ ਇਦਾਂ ਦੀਆਂ ਗੱਲਾਂ ਕੀਤੀਆਂ। ਨਿਊਯਾਰਕ ਟਾਈਮਸ ਨੇ ਜਦੋਂ ਇਹ ਸਾਰੀ ਰਿਪੋਰਟ ਛਾਇਆ ਕੀਤੀ ਹੈ, ਇਸ ਤੋਂ ਪਹਿਲਾਂ ਵੀ ਵੈਸੇ ਅਸੀਂ ਵੀ ਚਰਚਾ ਕਰਦੇ ਰਹੇ ਹਾਂ ਵੀ ਜਿਹੜਾ ਡਾਟਾ ਆ ਉਹ ਕਈ ਤਰੀਕੇ ਦੇ ਨਾਲ ਲੋਕਾਂ ਦੇ ਅੱਗੇ ਨਹੀਂ ਰੱਖਿਆ ਜਾ ਰਿਹਾ, ਯਾਨੀ ਜਿਹੜੇ ਅੰਕੜੇ ਨੇ ਉਹਨਾਂ ਦੀ ਸਹੀ ਜਾਣਕਾਰੀ ਜਿਹੜੀ ਮੁਹੱਈਆ ਨਹੀਂ ਕਰਵਾਈ ਜਾ ਰਹੀ। ਅਸੀਂ ਵੀ ਕਹਿੰਦੇ ਰਹੇ ਤੇ ਇਹਦੇ ਤੇ ਇੱਕ ਕਿਸਮ ਦੀ ਮੋਹਰ ਲਾ ਦਿੱਤੀ ਸੀ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਟੇਟ ਗਵਰਨਮੈਂਟਸ ਦੇ ਮੁੱਖ ਮੰਤਰੀਆਂ ਦੇ ਨਾਲ ਇੱਕ ਵਰਚੁਅਲ ਮੀਟਿੰਗ ਦੇ ਵਿੱਚ। ਉਹਨਾਂ ਨੇ ਕਿਹਾ ਮੁੱਖ ਮੰਤਰੀਆਂ ਨੂੰ ਵੀ ਤੁਸੀਂ ਸੱਚੇ ਅੰਕੜੇ ਦਿਓ ਜੀ, ਸਾਨੂੰ ਸੂਬੇ ਸਹੀ ਅੰਕੜੇ ਨਹੀਂ ਦੇ ਰਹੇ, ਸਹੀ ਅੰਕੜੇ ਦੇਣ ਸੂਬੇ, ਇਹ ਕਿਹਾ ਸੀ ਨਰਿੰਦਰ ਮੋਦੀ ਨੇ। ਤੇ ਇਹਦਾ ਮਤਲਬ ਹੈ ਕਿ 18-19 ਸੂਬੇ ਹੈ ਜਿੱਥੇ ਸਿੱਧੀ ਜਾਂ ਸਿੱਧੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ। ਇਹ ਮੰਨ ਲਿਆ ਜਾਏ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਜਾਂ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਜਿਹੜਾ ਉਹ ਆਪਣੇ ਪ੍ਰਧਾਨ ਮੰਤਰੀ ਭਾਰਤੀ ਜਨਤਾ ਪਾਰਟੀ ਦੇ ਹੀ ਆਗੂ ਨਰਿੰਦਰ ਮੋਦੀ ਦੇ ਕੋਲ ਝੂਠ ਬੋਲਦਾ, ਜਾਂ ਫਿਰ ਇਹ ਮੰਨ ਲਿਆ ਜਾਏ ਕਿ ਖੁਦ ਪ੍ਰਧਾਨ ਮੰਤਰੀ ਦੀ ਅਗਵਾਈ ਦੇ ਵਿੱਚ ਚੱਲਦੀ ਜਿਹੜੀ ਇਹ ਸਰਕਾਰ ਹੈ ਇਹ ਲੋਕਾਂ ਨੂੰ ਝੂਠ ਬੋਲ ਰਹੀ ਹੈ ਤੇ ਸਿਰਫ ਨਜ਼ਲਾ ਜਿਹੜਾ ਆ ਉਹ ਸਟੇਟ ਗਵਰਨਮੈਂਟਸ ਦੇ ਉੱਤੇ ਸਿੱਟ ਰਹੀ ਹੈ। ਪਰ ਜਿੱਥੇ ਸਰਕਾਰ ਵੱਲੋਂ ਇੱਦਾਂ ਦੀ ਗੱਲ ਕਹੀ ਗਈ ਉੱਥੇ ਬਕਾਇਦਾ ਕੁਝ ਜਿਹੜੇ ਦੁਨੀਆ ਭਰ ਦੇ ਜਿਹੜੇ ਐਕਸਪਰਟ ਨੇ ਉਹਨਾਂ ਨੇ ਵੀ ਇੱਕ ਵਾਰ ਤੋਂ ਵੱਧ ਵਾਰ ਇਹ ਦਾਅਵਾ ਕੀਤਾ ਵੀ ਦੁਨੀਆ ਭਰ ਦੇ ਵਿੱਚ ਇੱਕ ਖਬਰ ਤਾਂ ਇਹ ਆਈ ਵੀ ਦੁਨੀਆ ਭਰ ਦੇ ਵਿੱਚ ਜਿਹੜੇ ਰਿਪੋਰਟ ਹੋ ਰਹੇ ਨੇ ਕੇਸ, ਨਵੇਂ ਪੇਸ਼ੈਂਟ ਜਿਹੜੇ ਆ ਰਹੇ ਨੇ ਜਾਂ ਪਹਿਲਾ ਪੇਸ਼ੈਂਟ ਹੈ ਜਾਂ ਮੌਤਾਂ, ਉਹਦੇ ਨਾਲੋਂ ਦੁਨੀਆ ਭਰ ਦਾ ਉਹਨਾਂ ਨੇ ਕੱਢਿਆ ਸੀ ਵੀ 111 ਮਤਲਬ ਪ੍ਰਤੀਸ਼ਤ ਜ਼ਿਆਦਾ ਆ। ਤੇ ਭਾਰਤ ਦੇ ਹਵਾਲੇ ਨਾਲ ਉਹਨਾਂ ਨੇ ਕਿਹਾ ਸੀ ਵੀ ਇਹ 4 ਤੋਂ 5 ਗੁਣਾ ਜ਼ਿਆਦਾ ਹੈ, ਜੋ ਅੰਕੜੇ ਆ ਰਹੇ ਨੇ ਉਹਦੇ ਤੋਂ 4 ਤੋਂ 5 ਗੁਣਾ ਜ਼ਿਆਦਾ ਹੈ। ਇਹ ਗਲੋਬਲ ਐਕਸਪਰਟ ਨੇ ਵਾਰ-ਵਾਰ ਇਹ ਗੱਲ ਕਹੀ ਹੈ, ਅਸੀਂ ਉਦੋਂ ਵੀ ਚਰਚਾ ਕੀਤੀ ਹੈ। ਹੁਣ ਕੋਰੋਨਾ ਕਾਲ ਦਾ ਜਿਹੜਾ ਇਹ ਦੌਰ ਚੱਲ ਰਿਹਾ, ਸੈਕੰਡ ਵੇਵ ਹੈ ਭਾਰਤ ਦੇ ਵਿੱਚ। ਹੁਣ ਜਿਹੜੀ ਨਿਊਯਾਰਕ ਟਾਈਮਸ ਦੀ ਗੱਲ ਲਿਆਂਦੀ ਹੈ ਉਹ ਤਾਂ ਜੇ ਸੱਚਮੁੱਚ ਇੱਦਾਂ ਆ, ਜੇ ਰਿਐਲਿਟੀ ਇਹ ਹੈ ਤਾਂ ਬਹੁਤ ਭਿਆਨਕ ਤਸਵੀਰ ਹੈ। ਉਹਨਾਂ ਨੇ ਕਿਹਾ ਕਰੋਨਾ ਦੇ ਮਾਮਲੇ ਜਿਹੜੇ ਹੈਗੇ ਉਹਦੇ ਤੇ ਜਿਹੜੇ ਰਿਪੋਰਟ ਕੇਸ ਹੋਏ ਨੇ ਇਸ ਵੇਲੇ ਭਾਰਤ ਦੇ ਵਿੱਚ, ਆਮ ਜਿਹੜੇ ਸਥਿਤੀ ਦੇ ਵਿੱਚ ਜਿਹੜੀ ਸਰਕਾਰੀ ਰਿਪੋਰਟ ਹੈ ਇਹ 24 ਮਈ ਤੱਕ ਉਹਨਾਂ ਨੇ ਦਿੱਤੀ ਹੈ ਵੀ ਉਹ ਭਾਰਤ ਦੇ ਵਿੱਚ 2 ਕਰੋੜ ਤੇ 70 ਲੱਖ ਦੇ ਨੇੜੇ ਜਿਹੜੇ ਮਰੀਜ਼ ਨੇ 24 ਮਈ ਤੱਕ ਦੇ ਅੰਕੜੇ ਆ ਤੇ ਓਵਰਆਲ 3,07,000 ਮੌਤਾਂ ਹੋ ਚੁੱਕੀਆਂ 24 ਮਈ ਤੱਕ, ਇਹਨੇ ਕਿਹਾ ਨਿਊਯਾਰਕ ਟਾਈਮਸ ਨੇ। ਜੇ ਇਹਨੂੰ ਆਮ ਸਥਿਤੀ ਦੇਖੀਏ ਇਹਦੇ 'ਚ ਤਾਂ ਫਿਰ ਜੇ ਸਧਾਰਨ ਸਥਿਤੀ ਵੀ ਹੋਵੇ ਇਹਨਾਂ ਅੰਕੜਿਆਂ ਦੇ ਮੁਤਾਬਕ ਡੈਥ ਰੇਟ ਹੈ ਜਾਂ ਰਿਪੋਰਟਡ ਜਿਹੜੇ ਕੇਸ ਹੈ ਤਾਂ ਫਿਰ ਜਿਹੜੀਆਂ ਸਥਿਤੀਆਂ ਇੱਦਾਂ ਦੀਆਂ ਬਣਦੀਆਂ ਕਿ 6 ਲੱਖ ਮੌਤਾਂ ਹੋਈਆਂ ਹੋਣਗੀਆਂ ਜੇ ਇਹਦੇ ਆਧਾਰ ਤੇ ਲਈਏ। ਪਰ ਜੇ ਥੋੜ੍ਹੀ ਅਸੀਂ ਦੇਖੀਏ ਵੀ ਖਰਾਬ ਸਥਿਤੀ ਹੈ ਜਿਹੜੀ ਦੱਸੀ ਜਾ ਰਹੀ ਹੈ, ਫਿਰ ਹੁਣ ਤੱਕ ਭਾਰਤ ਵਿੱਚ 16 ਲੱਖ ਮੌਤਾਂ ਹੋ ਚੁੱਕੀਆਂ। ਤੇ ਜੇ ਬਹੁਤ ਜ਼ਿਆਦਾ ਖਰਾਬ ਹਾਲਾਤ ਨੇ ਭਾਰਤ ਦੇ ਜਿਹੜੇ ਦਿਖਾਈ ਦੇ ਰਹੇ ਨੇ, ਨਿਊਯਾਰਕ ਟਾਈਮਸ ਕਹਿੰਦਾ ਫਿਰ 42 ਲੱਖ ਮੌਤਾਂ ਭਾਰਤ ਵਿੱਚ ਹੋ ਚੁੱਕੀਆਂ। ਤੇ ਜਿਸ ਹਿਸਾਬ ਦੇ ਨਾਲ ਦਰਿਆਵਾਂ ਦੇ ਵਿੱਚ ਰੁੜ ਕੇ ਲਾਸ਼ਾਂ ਆਈਆਂ, ਜਿਵੇਂ ਕਬਰਸਤਾਨ ਬਣ ਗਏ ਦਰਿਆਵਾਂ ਦੇ ਕੰਢੇ, ਸੈਂਕੜੇ ਲਾਸ਼ਾਂ ਦਫਨਾਈਆਂ ਗਈਆਂ, ਜਿਵੇਂ ਬਹੁਤ ਸਾਰੀਆਂ ਮੌਤਾਂ ਜਿਹੜੀਆਂ ਉਹ ਰਿਪੋਰਟ ਨਹੀਂ ਕੀਤੀਆਂ ਜਾਂਦੀਆਂ। ਤੇ ਅਸੀਂ 42 ਲੱਖ ਕਹੀਏ ਨਾ ਕਹੀਏ, ਪਰ ਹਾਲਾਤ ਸੱਚਮੁੱਚ ਇੰਨੇ ਮਾੜੇ ਹੈ ਕਿ ਸਾਨੂੰ ਇਹ ਕਹਿਣਾ ਪੈਂਦਾ ਹੈ ਕਿ ਸਹੀ ਅੰਕੜੇ ਜਿਹੜੇ ਆ ਉਹ ਨਹੀਂ ਪੇਸ਼ ਕੀਤੇ ਜਾ ਰਹੇ। ਕਿ ਸਹੀ ਅੰਕੜੇ ਜੇ ਨਹੀਂ ਪੇਸ਼ ਕੀਤੇ ਜਾ ਰਹੇ ਤੇ ਸਿੱਧੇ ਤੌਰ ਤੇ ਭਾਰਤ ਸਰਕਾਰ ਜਿਹੜੀ ਹੈ ਇੱਥੇ ਸੱਚ ਨੂੰ ਲੁਕਾਉਣਾ ਚਾਹੁੰਦੀ ਹੈ। ਦੇਸ਼ ਦਾ ਜਿਹੜਾ ਆਵਾਮ ਹੈ ਉਹਨਾਂ ਨੂੰ ਸੱਚ ਨਹੀਂ ਦੱਸਣਾ ਚਾਹੁੰਦੀ। ਤੇ ਇਹ ਵੀ ਆਪਣੇ ਆਪ ਦੇ ਵਿੱਚ ਆਉਣ ਵਾਲੀ ਮਾੜੀ ਸਥਿਤੀ ਵੱਲ ਵੀ ਸੰਕੇਤ ਹੈ। ਜੇ ਥਰਡ ਵੇਵ 'ਚ ਵੀ ਅਸੀਂ ਇੱਦਾਂ ਹੀ ਗੁਜ਼ਰਦੇ ਹਾਂ ਤਾਂ ਫਿਰ ਕੀ ਹਾਲਾਤ ਹੋਣਗੇ।
ਦਸਾਂਝ ਸਾਹਿਬ ਇੱਕ ਦੋ ਇੰਟਰਨੈਸ਼ਨਲ ਖਬਰਾਂ ਵੱਲ ਵੀ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹਾਂ। ਸਭ ਤੋਂ ਇੱਕ ਖਬਰ ਤਾਂ ਜਿਹੜੀ ਆ ਇਹਨਾਂ ਮੁਲਕਾਂ ਦੇ ਵਿੱਚ ਜਿਹੜਾ ਰੇਸਿਜ਼ਮ ਆ ਉਹਨੂੰ ਲੈ ਕੇ ਕਾਫੀ ਚਰਚਾ ਰਹਿੰਦੀ ਆ ਕਿ ਕਿਤੇ ਨਾ ਕਿਤੇ ਜਿਹੜੇ ਵਾਈਟ ਸਕਿਨ ਵਾਲੇ ਲੋਕ ਨੇ ਉਹ ਜਿਹੜੇ ਦੂਸਰੇ ਲੋਕ ਨੇ ਉਹਨਾਂ ਨਾਲ ਥੋੜਾ ਨਸਲੀ ਭੇਦ ਕਰਦੇ ਨੇ। ਔਰ ਪਿਛਲੇ ਸਾਲ ਜਾਰਜ ਫਲਾਈਡ ਨਾਂ ਦਾ ਇੱਕ ਬਲੈਕ ਕਮਿਊਨਿਟੀ ਦਾ ਬੰਦਾ ਇੱਕ ਗੋਰੇ ਪੁਲਿਸ ਅਫਸਰ ਦੇ ਤਸ਼ੱਦਦ ਕਰਕੇ ਉਹਦਾ ਧੌਣ ਤੇ ਗੋਡਾ ਰੱਖ ਕੇ ਉਹਨੇ ਦਬਾ ਛੱਡਿਆ। ਉਹਨੇ ਬਹੁਤ ਵਾਰ ਕਿਹਾ ਕਿ ਮੈਨੂੰ ਸਾਹ ਨਹੀਂ ਆ ਰਿਹਾ, ਪਰ ਉਹਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਇੱਕ ਵੱਡੀ ਮੂਵਮੈਂਟ ਹੋਈ, ਉਹਦਾ 1 ਸਾਲ ਪੂਰਾ ਹੋਇਆ ਜੀ ਕੱਲ ਵਾਲੇ ਦਿਨ, ਔਰ ਦੁਨੀਆ ਭਰ ਵਿੱਚ ਉਸ ਮੂਵਮੈਂਟ ਨੂੰ ਫਿਰ ਯਾਦ ਕੀਤਾ ਗਿਆ, ਬਲੈਕ ਲਾਈਫ ਮੈਟਰ। ਔਰ ਦੂਜੇ ਪਾਸੇ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਇਹਨਾਂ ਸਮਾਜਾਂ ਦੇ ਵਿੱਚ ਆਪਣੀ ਗਲਤੀ ਨੂੰ ਮੰਨ ਲੈਣ ਦਾ, ਦੋਸ਼ੀ ਨੂੰ ਸਜ਼ਾ ਦੇਣ ਦਾ ਜਿਹੜਾ ਵਿਧਾਨ ਹੈ ਉਹ ਕਿਤੇ ਨਾ ਕਿਤੇ ਅਜੇ ਬਚਿਆ ਹੋਇਆ। ਜਿੱਥੇ ਇੱਕ ਪਾਸੇ ਉਸ ਵਿਅਕਤੀ ਨੂੰ ਜਿਹਨੇ ਇਹ ਸਾਰੀ ਘਟਨਾਕ੍ਰਮ ਅੰਜਾਮ ਕੀਤੀ ਸੀ ਸਜ਼ਾ ਹੋਈ ਸੀਗੀ ਬੜੀ ਜਲਦੀ, ਔਰ ਦੂਜੇ ਪਾਸੇ ਹੁਣ ਯੂਐਸ ਦੀ ਇੱਕ ਸਟੇਟ ਮਿਸੂਰੀ ਨਾਂ ਦੀ ਸਟੇਟ ਹੈ ਜੀ, ਉਹਦੇ ਵਿੱਚ ਇੱਕ ਪਹਿਲੀ ਵਾਰ ਇੱਕ ਬਲੈਕ ਵੂਮਨ ਜਿਹੜੀ ਆ ਰੋਬਨ ਰੈਂਸਨ, ਉਹਨਾਂ ਨੂੰ ਸੁਪਰੀਮ ਕੋਰਟ ਦੇ ਜੱਜ ਬਣਾਇਆ ਗਿਆ ਵਾ। ਪਹਿਲਾਂ ਵੀ ਉੱਥੋਂ ਕੋਈ ਲੇਡੀ ਇੱਕ ਜਿਹੜੀ ਆ ਲੋਰਾ ਡਟਵੀਰ ਸ਼ਾਇਦ ਉਹਨਾਂ ਨਾਂ ਸੀ ਪੂਰਾ ਲੋਰਾ ਡਟਵੀਰ, ਉਹ ਰਿਟਾਇਰ ਹੋਏ ਨੇ। ਉਹਨਾਂ ਦੀ ਜਗ੍ਹਾ ਬਲੈਕ ਵੂਮਨ ਨੂੰ ਪਹਿਲੀ ਵਾਰ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ। ਇਸ ਤਰ੍ਹਾਂ ਦੀਆਂ ਕੁਝ ਚੰਗੀਆਂ ਖਬਰਾਂ ਵੀ ਵਿੱਚ ਆ ਜਾਂਦੀਆਂ ਨੇ ਤੇ ਇਦਾਂ ਲੱਗਦਾ ਹੈ ਕਿ ਸਮਾਜ ਗਲਤੀਆਂ ਤੇ ਹੁੰਦੀਆਂ ਨੇ, ਫਿਰ ਉਹਨਾਂ ਤੇ ਪਛਤਾਵਾ ਵੀ ਕਰਦਾ ਹੈ ਤੇ ਉਹਦੇ ਲਈ ਅੱਗੇ ਤੋਂ ਕੋਈ ਨਾ ਕੋਈ ਚੰਗਾ ਰਾਹ ਲੱਭਣ ਦੀ ਕੋਸ਼ਿਸ਼ ਵੀ ਕਰਦਾ ਹੈ ਜੀ। ਬਿਲਕੁਲ, ਇੱਕ ਤਾਂ ਇਹ ਚੰਗੀ ਖਬਰ ਹੈ। ਇਹ ਪਹਿਲੀ ਵਾਰ ਵੀ ਨਹੀਂ ਹੈ ਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਸਾਡੇ ਸਾਹਮਣੇ ਮਿਸਾਲਾਂ ਨੇ, ਉਦਾਹਰਨਾਂ ਨੇ ਕਿ ਜਦੋਂ ਇਸ ਤਰ੍ਹਾਂ ਦੀਆਂ ਸੁਸਾਇਟੀਜ਼ ਦੇ ਵਿੱਚ ਜਾਂ ਪੋਲੀਟਿਕਸ ਦੇ ਵਿੱਚ ਜਿਹੜੇ ਆ ਬਹੁਤ ਸਾਰੇ ਉਹ ਲੋਕ ਆਉਂਦੇ ਆ, ਦਿਖਾਈ ਦਿੰਦੇ ਆ, ਜਿਹ ਤੋਂ ਉਮੀਦ ਵੱਜਦੀ ਹੈ ਕਿ ਸਾਰਾ ਕੁਝ ਇਹ ਖਤਮ ਹੋ ਗਿਆ, ਬਹੁਤ ਕੁਝ ਚੰਗਾ ਵੀ ਹੋ ਰਿਹਾ ਤੇ ਪਰ ਨਾਲ ਦੀਆਂ ਕੁਝ ਖਬਰਾਂ ਜਿਹੜੀਆਂ ਬਰਾਬਰ ਆਉਂਦੀਆਂ ਜਾਂਦੀਆਂ ਰਹਿੰਦੀਆਂ ਤੇ ਜਿੱਥੇ ਅਸੀਂ ਇਹਦੇ 'ਤੇ ਖੁਸ਼ੀ ਪ੍ਰਗਟ ਕਰਦੇ ਹਾਂ ਉੱਥੇ ਦੁੱਖ ਦੀ ਇੱਕ ਖਬਰ ਵੀ ਆ ਰਹੀ। ਮੈਂ ਹੁਣੇ ਜਦੋਂ ਤੁਸੀਂ ਇੰਟਰਨੈਸ਼ਨਲ ਗੱਲਾਂ ਕਰਨ ਦੀ ਗੱਲ ਕੀਤੀ ਤੇ ਮੈਂ ਨਾਲ ਦੀ ਨਾਲ ਹੀ ਚੈੱਕ ਕੀਤਾ ਤੇ ਸੈਨ ਹੋਜ਼ੇ ਤੋਂ ਖਬਰ ਆ ਰਹੀ ਹੈ, ਕੈਲੀਫੋਰਨੀਆ ਤੋਂ, ਜਿੱਥੇ ਅੱਜ ਫਿਰ ਬੁੱਧਵਾਰ ਨੂੰ ਜਾਣੀ ਬਹੁਤ ਅੰਨ੍ਹੇਵਾਹ ਫਾਇਰਿੰਗ ਹੋਈ ਹੈ ਜਿਹਦੇ 'ਚ 8 ਲੋਕ ਮਾਰੇ ਗਏ ਨੇ। ਸੋ ਜਿਹੜਾ ਇੱਕ ਗਨ ਕਲਚਰ ਦੀ ਅਸੀਂ ਗੱਲ ਕਰਦੇ ਹੁੰਦੇ ਹਾਂ, ਉਹ ਇਸ ਕਿਸਮ ਦੀਆਂ ਘਟਨਾਵਾਂ ਵੀ ਲਗਾਤਾਰ ਆ ਰਹੀਆਂ। ਕਿਉਂਕਿ ਬਹੁਤੀ ਤੁਹਾਨੂੰ ਪਤਾ ਪੰਜਾਬੀ ਬਹੁਤ ਹੁੰਦੀ ਹੈ ਤੇ ਪਤਾ ਨਹੀਂ, ਹਾਲੇ ਮੇਰੇ ਕੋਲ ਜਾਣਕਾਰੀ ਨਹੀਂ ਹੈ ਵੀ ਇਸ ਫਾਇਰਿੰਗ ਦੇ ਕਿਹੜੇ ਲੋਕ ਮਰੇ ਹੈ, ਪਰ ਕਿਹਾ ਇਹ ਗਿਆ ਕਿ ਬਹੁਤੇ ਟਰਾਂਸਪੋਰਟ ਨਾਲ ਸੰਬੰਧਿਤ ਲੋਕ ਮਰੇ ਹੈ ਤੇ ਬਾਅਦ ਵਿੱਚ ਜਿਹਨੇ ਫਾਇਰਿੰਗ ਕੀਤੀ ਆ ਉਹਨੂੰ ਵੀ ਸ਼ਾਇਦ ਮਾਰ ਦਿੱਤਾ ਗਿਆ। ਇਹਦੀਆਂ ਡਿਟੇਲਸ ਆਉਣਗੀਆਂ, ਪਰ ਜਦੋਂ ਇੱਦਾਂ ਦੀਆਂ ਦਿਲ ਹਿਲਾਉਣ ਵਾਲੀਆਂ ਖਬਰਾਂ ਆਉਂਦੀਆਂ ਤੇ ਫਿਰ ਆਧੁਨਿਕ ਸਮਾਜ 'ਚ ਰਹਿੰਦਿਆਂ ਹੋਇਆਂ ਤੇ ਜਿੱਥੇ ਅਸੀਂ ਇੱਕ ਸ਼ਾਂਤਮਈ ਜੀਵਨ ਦੀ ਕਲਪਨਾ ਕਰਨੀ ਚਾਹੁੰਦੇ ਹਾਂ, ਉੱਥੇ ਜਦੋਂ ਇੱਦਾਂ ਦੀਆਂ ਖਬਰਾਂ ਆਉਂਦੀਆਂ ਤੇ ਫਿਰ ਡਰ ਵੀ ਲੱਗਦਾ ਵੀ ਅਸੀਂ ਕਿਸ ਪਾਸੇ ਵੱਲ ਨੂੰ ਵੱਧ ਰਹੇ ਹਾਂ। ਤੇ ਸਪੈਸ਼ਲੀ ਇਸ ਤਰ੍ਹਾਂ ਦੀ ਜਿਹੜੀ ਅੰਨ੍ਹੇਵਾਹ ਫਾਇਰਿੰਗ ਦੀਆਂ ਖਬਰਾਂ ਬਹੁਤੀਆਂ ਅਮਰੀਕਾ ਤੋਂ ਆਉਂਦੀਆਂ ਤੇ ਅਸੀਂ ਇਹਦੇ 'ਤੇ ਕਾਫੀ ਡਿਟੇਲ ਚਰਚਾ ਕੀਤੀ ਹੋਈ ਹੈ, ਉਹਦੇ ਸਮੇਂ 'ਚ ਵੀ ਕਰਾਂਗੇ ਵੀ ਇਹਦੇ ਪਿੱਛੇ ਜਿਹੜੀ ਇੱਕ ਪੂਰੇ ਦਾ ਪੂਰਾ ਬੰਦੂਕ ਸੱਭਿਆਚਾਰ ਹੈ ਤੇ ਉਸ ਬੰਦੂਕ ਸੱਭਿਆਚਾਰ ਨੂੰ ਸਾੜਨ ਦੇ ਪਿੱਛੇ ਬਕਾਇਦਾ ਇੱਕ ਅਨਲੌਬੀ ਹੈ ਤੇ ਜਿਹਨੂੰ ਸਰਪ੍ਰਸਤੀ ਜਿਹੜੀ ਹੈ ਹਕੂਮਤਾਂ 'ਚ ਬੈਠੇ ਜਿਹੜੇ ਲੋਕ ਹੈ ਉਹਨਾਂ ਦੀ ਹੈ। ਸੋ ਇਹ ਇੱਕ ਸੰਕਟ ਦੀ ਸਥਿਤੀ ਹੈ, ਭਵਿੱਖ ਜਿਹੜਾ ਕੋਈ ਬਹੁਤ ਚੰਗਾ ਇਹਦੇ ਨਾਲ ਨਹੀਂ ਕਿਆਸਿਆ ਜਾ ਸਕਦਾ। ਦਸਾਂਝ ਸਾਹਿਬ, ਆਪਾਂ ਥੋੜੇ ਦਿਨ ਪਹਿਲਾਂ ਵੀ ਗੱਲ ਕੀਤੀ, ਅਕਸਰ ਇਹ ਗੱਲ ਕਰਦੇ ਰਹਿੰਦੇ ਆ ਕਿ ਅਮਰੀਕਾ ਦੇ ਵਿੱਚ ਭਾਵੇਂ ਰਿਪਬਲਿਕਨ ਅੱਗੇ ਆ ਜਾਣ ਚਾਹੇ ਡੈਮੋਕ੍ਰੇਟ ਆ ਜਾਣ, ਰਾਸ਼ਟਰਪਤੀ ਕੋਈ ਵੀ ਬਣ ਜੇ, ਉਹਨਾਂ ਦੀ ਜਿਹੜੀ ਪਾਲਿਸੀ ਆ ਉਹ ਜ਼ਿਆਦਾ ਨਹੀਂ ਬਦਲਦੀ। ਉੱਤੇ ਆਪਾਂ ਗੱਲ ਕਰਦੇ ਆ, ਪਰ ਜੋ ਬਾਈਡਨ ਨਾਂ ਦਾ ਇੱਕ ਹੋਰ ਹੁਣ ਬਿਆਨ ਆਇਆ ਹੈ ਕਿ ਜਿਹੜਾ ਕੋਵਿਡ-19 ਹੈ ਇਹਦੇ ਓਰੀਜਨ ਬਾਰੇ ਅਜੇ ਦੁਨੀਆ ਨੂੰ ਹੋਰ ਇਨਵੈਸਟੀਗੇਸ਼ਨ ਕਰਨ ਦੀ ਲੋੜ ਹੈ। ਉਹਨਾਂ ਦਾ ਵੀ ਮੰਨਣਾ ਹੈ ਕਿ ਆਪਣੇ ਆਪ ਵਰਤਿਆ ਭਾਣਾ ਨਹੀਂ ਆ, ਇਹਦੇ ਪਿੱਛੇ ਕੋਈ ਨਾ ਕੋਈ ਸ਼ਕਤੀ ਜ਼ਰੂਰ ਕੰਮ ਕਰਦੀ ਆ। ਉਹਦੇ ਬਾਰੇ ਉਹ ਕਹਿੰਦੇ ਕਿ ਇਹਦੀ ਫਰਦਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਤੁਹਾਨੂੰ ਯਾਦ ਹੋਣਾ ਕਿ WHO ਨੇ ਪਿਛਲੇ ਦਿਨੀ ਟੀਮ ਭੇਜੀ ਸੀ, ਚਾਈਨਾ ਦੇ ਉੱਤੇ ਇਲਜ਼ਾਮ ਲਾਉਂਦੇ ਸੀ ਟਰੰਪ ਸਾਹਿਬ ਸਿੱਧੇ। ਉਹਨਾਂ ਨੇ ਕਿਹਾ ਸੀ ਕਿ ਇੱਥੇ ਕੋਈ ਬਹੁਤਾ ਸਬੂਤ ਨਹੀਂ ਮਿਲਿਆ, ਪਰ ਜੋ ਬਾਈਡਨ ਹੋਰਾਂ ਦਾ ਮੰਨਣਾ ਹੈ ਕਿ ਇਹ ਆਪਣੇ ਆਪ ਵਰਤਿਆ ਕੋਈ ਮਤਲਬ ਵਾਇਰਸ ਦੇ ਫੈਲਾਅ ਦਾ ਕਾਰਨ ਨਹੀਂ ਆ, ਕੁਦਰਤੀ ਕਾਰਨ ਨਹੀਂ ਆ। ਇਹਦੇ ਪਿੱਛੇ ਕੋਈ ਨਾ ਕੋਈ ਸਾਜ਼ਿਸ਼ ਜ਼ਰੂਰ ਹੋ ਸਕਦੀ ਆ ਔਰ ਇਹਦੇ ਤੇ ਫਰਦਰ ਇਨਵੈਸਟੀਗੇਸ਼ਨ ਜ਼ਰੂਰ ਹੋਣੀ ਚਾਹੀਦੀ ਹੈ।
ਦੇਖੋ ਜੋ ਬਾਈਡਨ ਉਹਨਾਂ ਨੇ ਜੋ ਕਿਹਾ ਆਪਣੇ ਲੈਵਲ ਤੇ ਠੀਕ ਹੈ, ਉਹਨਾਂ ਨੇ ਕਿਹਾ ਕਿ ਇਹਦੀ ਇਨਵੈਸਟੀਗੇਸ਼ਨ ਚਾਹੀਦੀ ਹੈ, ਪਰ ਇਨਵੈਸਟੀਗੇਸ਼ਨ ਕੌਣ ਕਰੇ? ਜਿਹੜੇ ਅਦਾਰੇ ਨੇ ਜਾਂ ਜਿਹੜੇ ਜਿਹੜੇ ਇੱਥੋਂ ਜਿਹੜਾ ਸਾਰੀਆਂ ਚੀਜ਼ਾਂ ਜਿਹੜੀਆਂ ਡਿਜ਼ਾਈਨ ਹੁੰਦੀਆਂ, ਉਹ ਆਪਾਂ ਨੂੰ ਪਤਾ ਹੈ ਕਿ ਚਾਹੇ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਸਰਕਾਰ ਵੀ ਮੰਨ ਲਈਏ ਆਪਾਂ ਵੀ ਅਮਰੀਕਾ ਦੀ ਆ, ਮੰਨਦੇ ਵੀ ਆ, ਇੱਕ ਛਤਰ ਰਾਜ ਹੈ ਇਸ ਵੇਲੇ ਅਮਰੀਕਾ ਦਾ। ਉੱਥੇ ਸਰਕਾਰਾਂ ਬਦਲਦੀਆਂ ਰਹਿੰਦੀਆਂ, ਕਦੇ ਡੋਨਲਡ ਟਰੰਪ ਹੈ ਤੇ ਉਹਨਾਂ ਤੋਂ ਪਹਿਲਾਂ ਓਬਾਮਾ ਸਾਹਿਬ ਸੀ ਤੇ ਹੁਣ ਜੋ ਬਾਈਡਨ ਸਾਹਿਬ ਹੈ। ਪਰ ਜਿਹੜਾ ਨੀਤੀਆਂ ਦਾ ਮਸਲਾ ਹੁੰਦਾ ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਪਈਆਂ ਹੁੰਦੀਆਂ ਜਿਹ 'ਚ ਥੋੜ੍ਹੇ ਬਹੁਤ ਫਰਕ ਦੇ ਨਾਲ ਬਾਕੀ ਸਾਰਾ ਕੁਝ ਉਵੇਂ ਚੱਲਦਾ ਰਹਿੰਦਾ। ਜੇ ਇਸ ਵਰਲਡ ਕਾਰਪੋਰੇਟ ਦੀ ਅਸੀਂ ਗੱਲ ਕਰਦੇ ਹਾਂ, ਅਸਲ 'ਚ ਦੁਨੀਆ 'ਚ ਜਿਹੜੀ ਸਰਕਾਰਾਂ ਦਾ ਆਉਣ ਜਾਣ ਹੈ ਜਾਂ ਸਰਕਾਰਾਂ ਦੇ ਜਿਹੜੇ ਕਹਿ ਲਓ ਮੁਖੀ ਜਿਹੜੇ ਤਾਇਨਾਤ ਹੁੰਦੇ ਨੇ, ਉਹਨਾਂ ਦੇ ਪਿੱਛੇ ਵੀ, ਉਹਨਾਂ ਦੇ ਆਉਣ ਜਾਣ ਨੂੰ ਤੈਅ ਕਰਨ ਦੇ ਪਿੱਛੇ ਵੀ ਵਰਲਡ ਕਾਰਪੋਰੇਟ ਦਾ ਵੱਡਾ ਰੋਲ ਹੁੰਦਾ, ਭੂਮਿਕਾ ਹੁੰਦੀ। ਸੋ ਇਹ ਜਿਹੜੀ ਵਾਰ ਹੈ ਜਿਹਨੂੰ ਅਸੀਂ ਵਾਇਰਸ ਦੇ ਰੂਪ 'ਚ ਦੇਖ ਰਹੇ ਹਾਂ, ਇਹਨੂੰ ਟ੍ਰੇਡ ਵਾਰ ਵੀ ਆਪਾਂ ਕਹਿ ਰਹੇ ਹਾਂ, ਫਾਰਮਾ ਕੰਪਨੀਆਂ ਦੀ ਇੱਕ ਖੇਡ ਹੈ ਪੂਰੀ ਜਿਹੜਾ ਇਹ ਮੰਨਣਾ ਹੈ ਵੀ ਵਾਇਰਸ ਸਦਾ ਤੋਂ ਹੁੰਦੇ ਆ, ਹਜ਼ਾਰਾਂ ਵਾਇਰਸ ਇਸ ਵੇਲੇ ਸਾਡੇ ਇੱਥੇ ਆਲੇ ਦੁਆਲੇ ਘੁੰਮ ਰਹੇ ਆ। ਸਾਡੀ ਆਪਣੀ ਬੋਡੀ ਦੇ ਅੰਦਰ ਬਹੁਤ ਸਾਰੇ ਵਾਇਰਸ ਆ। ਕਦੋਂ ਕਿਹੜੇ ਵਾਇਰਸ ਨੂੰ ਐਕਟਿਵ ਕਰਨਾ ਆ ਜਾਂ ਉਸ ਵਾਇਰਸ ਦੇ ਨਾਂ 'ਤੇ ਨਵੀਂ ਖੇਡ ਜਿਹੜੀ ਖੇਡੀ ਜਾਣੀ ਹੈ, ਕਾਫੀ ਚੀਜ਼ਾਂ ਤੈਅ ਕੀਤੀਆਂ ਹੁੰਦੀਆਂ ਅਤੇ ਫਿਰ ਉਸ ਸਮੇਂ ਦੇ ਮੁਤਾਬਕ ਉਹ ਟਾਈਮਿੰਗ ਦੇਖ ਕੇ ਉਹ ਵਾਇਰਸ ਜਿਹੜਾ ਆ ਅਚਾਨਕ ਹੀ ਐਕਟਿਵ ਕਿੱਦਾਂ ਹੋ ਜਾਂਦਾ ਅਤੇ ਉਹ ਐਕਟਿਵ ਅਸਲ ਦੇ ਵਿੱਚ ਕੀਤਾ ਜਾਂਦਾ ਸਾਰੀਆਂ ਚੀਜ਼ਾਂ, ਉਹਨੂੰ ਫਿਰ ਫੈਲਾਇਆ ਜਾਂਦਾ ਹੈ ਸਾਰੀ ਦੁਨੀਆ ਦੇ ਵਿੱਚ। ਕਿਵੇਂ ਫੈਲਾਉਣਾ, ਕਿਵੇਂ ਨਹੀਂ ਫੈਲਾਉਣਾ, ਉਹਦਾ ਡਰ ਕਿੱਦਾਂ ਪੈਦਾ ਕਰਨਾ, ਇਹ ਖੇਡ ਆ ਪੂਰੀ ਦੀ ਪੂਰੀ। ਸੋ ਜਦੋਂ ਕੋਈ ਮੈਨੂੰ ਇਹ ਸਵਾਲ ਕਰਦਾ ਵੀ ਕਿੰਨੀ ਕੁ ਦੇਰ ਹੋਰ ਇਹ ਵਾਇਰਸ ਰਹੇਗਾ, ਤਾਂ ਮੇਰਾ ਕਹਿਣਾ ਇਹੀ ਹੁੰਦਾ ਵਾਇਰਸ ਤਾਂ ਪਹਿਲਾਂ ਵੀ ਸੀ ਹਜ਼ਾਰਾਂ ਸਾਲਾਂ ਤੋਂ, ਅੱਗੋਂ ਵੀ ਰਹੇਗਾ, ਪਰ ਕਿੰਨੀ ਕੁ ਦੇਰ ਇਹਦਾ ਖੌਫ ਕਾਇਮ ਕਰਕੇ ਰੱਖਿਆ ਜਾਏਗਾ ਉਹ ਤੈਅ ਵੈ ਵਰਲਡ ਕਾਰਪੋਰੇਟ ਨੇ ਕਰਨਾ ਹੈ, ਫਾਰਮਾ ਕੰਪਨੀਆਂ ਨੇ ਕਰਨਾ ਹੈ। ਦੁਨੀਆ ਦੀਆਂ ਟੌਪ ਦੀਆਂ 500 ਜਿਹੜੀਆਂ ਕੰਪਨੀਆਂ ਨੇ ਵੱਖ-ਵੱਖ ਸੈਕਟਰ ਦੀਆਂ, ਉਹਨਾਂ ਦੇ ਵਿੱਚ ਜਿਹੜੀਆਂ ਪਹਿਲੀਆਂ 10 ਕੰਪਨੀਆਂ ਨੇ ਉਹ ਫਾਰਮਾ ਕੰਪਨੀਆਂ ਨੇ। ਜਿਹੜਾ ਅਸੀਂ ਇੱਕ ਦਿਨ ਗੱਲ ਕਰ ਰਹੇ ਸੀ ਵੀ ਦੁਨੀਆ 'ਚ 9 ਅਰਬਪਤੀ ਨਵੇਂ ਪੈਦਾ ਹੋ ਗਏ ਅਤੇ ਜਿਹੜੇ ਪਹਿਲੇ ਅਰਬਪਤੀ ਸੀ ਉਹ ਖਰਬਾਂਪਤੀ ਹੋ ਗਏ। ਉਹਨਾਂ ਦੀ ਲਿਸਟਿੰਗ ਕਰੋ ਹੁਣ ਤੁਸੀਂ ਅਤੇ ਦੇਖੋ, ਤੁਹਾਨੂੰ ਪਤਾ ਲੱਗੂਗਾ ਕਿ ਉਹਦੇ 'ਚੋਂ ਪਹਿਲੇ ਜਿਹੜੇ 10-12 ਲੋਕ ਨੇ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਸੰਕਟ ਦੇ ਦੌਰ ਦੇ ਵਿੱਚ ਮੋਟਾ ਮੁਨਾਫਾ ਕਮਾ ਕੇ ਲੈ ਗਏ, ਉਹਦੇ 'ਚ ਫਾਰਮਾ ਕੰਪਨੀ ਵਾਲੇ ਨੇ। ਸੋ ਇਹ ਤਾਂ ਪਤਾ ਹੈ ਕਿ ਇਹਨਾਂ ਨੇ ਸਾਰਾ ਕੁਝ ਕੀਤਾ ਹੈ। ਕਿਸੇ ਇੱਕ ਮੁਲਕ ਦੇ ਉੱਤੇ ਇੱਕ ਆਪਣੀ ਇੰਟਰਨੈਸ਼ਨਲ ਟੈਕਸ ਨੂੰ ਡਿਜ਼ਾਈਨ ਕਰਦਿਆਂ ਹੋਇਆ ਕਿਸੇ ਇੱਕ ਮੁਲਕ 'ਤੇ ਗੱਲ ਨਹੀਂ ਥੋਪੀ ਜਾ ਸਕਦੀ ਵੀ ਇਹ ਚਾਈਨਾ ਦੇ ਵਿੱਚੋਂ ਪੈਦਾ ਹੋਇਆ ਜੀ, ਜਾਂ ਇਹ ਕੱਲ੍ਹ ਨੂੰ ਇਹ ਕਹਿ ਦਿੱਤਾ ਜਾਏ ਕਿ ਇਹ ਦੇਖੋ ਜਿੱਦਾਂ ਵਾਰ-ਵਾਰ ਕਿਹਾ ਜਾਂਦਾ ਵੀ ਇਹ ਇੰਡੀਅਨ ਵੇਰੀਐਂਟ ਆ ਗਿਆ ਜੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਇਹ ਸਿਰਫ ਅਤੇ ਸਿਰਫ ਬਕਾਇਦਾ ਬਣਾਈਆਂ ਜਾਂਦੀਆਂ ਕਹਿਣ ਵਾਸਤੇ, ਉਹਦੇ ਪਿੱਛੇ ਇੱਕ ਪੋਲੀਟਿਕਸ ਕੰਮ ਕਰਦੀ ਹੈ। ਮੈਨੂੰ ਲੱਗਦਾ ਹੈ ਕਿ ਜੋ ਬਾਈਡਨ ਉਹਨਾਂ ਨੇ ਜੋ ਕਿਹਾ ਉਹ ਆਪਣੀ ਥਾਂ ਦੇ ਉੱਤੇ ਹੈ, ਬਹੁਤ ਕੁਝ ਪਤਾ ਹੈ, ਦੁਨੀਆ ਨੂੰ ਵੀ ਪਤਾ ਲੱਗ ਰਿਹਾ ਵੀ ਇਹਦੇ ਪਿੱਛੇ ਕੌਣ ਹੈ। ਅਤੇ ਅਸੀਂ ਇੱਥੇ ਅਕਸਰ ਪਹਿਲਾਂ ਵੀ ਚਰਚਾ ਕੀਤੀ, ਉਹ ਗੱਲਾਂ ਅਸੀਂ ਨਾ ਦੁਹਰਾਈਏ, ਪਰ ਇਹਦੀ ਖੇਡ ਜਿਹੜੀ ਇਹ ਰਚੀ ਗਈ ਹੈ, ਇਸ ਖੇਡ ਦੇ ਪਿੱਛੇ ਜਿਹੜੇ ਖਿਡਾਰੀ ਹੈ ਉਹ ਹੁਣ ਕੋਈ ਬਹੁਤੇ ਲੁਕੇ ਹੋਏ ਨਹੀਂ। ਦਸਾਂਝ ਸਾਹਿਬ, ਇੱਕ ਖਬਰ ਆਪਾਂ ਕੱਲ ਵੀ ਡਿਸਕਸ ਕੀਤੀ ਸੀ, ਅੱਜ ਕੱਲ੍ਹ ਇਹ ਕਾਫੀ ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਚਰਚਾ ਆ ਕਿ ਅਫਗਾਨਿਸਤਾਨ ਨੂੰ ਜਦੋਂ 11 ਸਤੰਬਰ ਨੂੰ ਇਹਨਾਂ ਨੇ ਖਾਲੀ ਕਰ ਦੇਣਾ, US ਟਰੂਪ ਜਿਹੜੇ ਉੱਥੇ ਨੇ, ਉਸ ਤੋਂ ਬਾਅਦ ਅਫਗਾਨਿਸਤਾਨ ਦਾ ਭਵਿੱਖ ਕੀ ਹੋਏਗਾ, ਇਹਨੂੰ ਲੈ ਕੇ ਅਮਰੀਕਾ ਨੂੰ ਵੀ ਭਾਰੀ ਚਿੰਤਾ ਆ। ਉਹ ਇੱਕ ਪਾਸੇ ਪਾਕਿਸਤਾਨ ਨੂੰ ਫਿਰ ਤੋਂ ਵਰਤਣ ਦੀ ਤਾਕ ਵਿੱਚ ਹੈ, ਲਗਾਤਾਰ ਮੀਟਿੰਗਾਂ ਪਾਕਿਸਤਾਨ ਦੀਆਂ ਜਿਹੜੀ ਅਥਾਰਟੀਜ਼ ਨੇ ਉਹਨਾਂ ਨਾਲ ਹੋ ਰਹੀਆਂ ਨੇ, ਪਰ ਪੈਂਟਾਗਨ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਟਰੰਪ ਸਾਹਿਬ ਦੀ ਬਣਾਈ ਹੋਈ ਸੁਰੱਖਿਆ ਨੀਤੀ ਜਿਹੜੀ ਆ ਉਹਨੂੰ ਅਸੀਂ ਬਦਲਣ ਨਹੀਂ ਜਾ ਰਹੇ। ਯਾਨੀ ਕਿ ਅਮਰੀਕਾ ਜਿਹੜੀ ਅਫਗਾਨਿਸਤਾਨ ਦੇ ਵਿੱਚ ਜੰਗ ਲੜੀ ਜਾ ਰਹੀ ਸੀ, ਉਹਦੇ ਵਿੱਚ ਜਿਹੜਾ ਪਾਕਿਸਤਾਨ ਦਾ ਰੋਲ ਸੀ ਉਹ ਤੋਂ ਸੈਟੀਸਫਾਈ ਨਹੀਂ ਸੀਗਾ, ਜਿਹਦਾ ਕਰਕੇ ਉਹਨੇ ਪਾਕਿਸਤਾਨ ਨਾਲ ਸੰਬੰਧ ਕਾਫੀ ਖਰਾਬ ਹੋਏ ਔਰ ਪਾਕਿਸਤਾਨ ਦੀ ਸਾਰੀ ਜਿਹੜੀ ਉਹ ਮਦਦ ਕਰਦੇ ਸੀਗੇ ਉਹ ਕਿਤੇ ਨਾ ਕਿਤੇ ਉਹਨਾਂ ਨੇ ਉਹ ਮਦਦ ਬੰਦ ਕੀਤੀ ਹੋਈ ਆ। ਤੇ ਹੁਣ ਜਿਹੜੇ US ਦੇ ਸੁਰੱਖਿਆ ਸਕੱਤਰ ਨੇ ਲੋਇਡ ਆਸਟਨ, ਉਹਨਾਂ ਨੇ ਜਨਰਲ ਬਾਜਵਾ ਨੂੰ ਇਹ ਸਪਸ਼ਟ ਕਰ ਦਿੱਤਾ ਸੀ ਕਿ ਅਸੀਂ ਇਹ ਨੀਤੀ ਨੇੜੇ ਭਵਿੱਖ ਵਿੱਚ ਬਦਲਣ ਨਹੀਂ ਜਾ ਰਹੇ। ਪਰ ਦੂਜੇ ਪਾਸੇ ਜਿਹੜੇ US ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਜੇਕ ਸਲੀਮਨ, ਉਹਨਾਂ ਨੇ ਜਨੇਵਾ ਵਿੱਚ ਪਾਕਿਸਤਾਨ ਨੂੰ ਸਪਸ਼ਟ ਕੀਤਾ, ਜਿਹੜੇ ਉਹਨਾਂ ਦੇ ਹਮ ਰੁਤਬਾ
ਮੋਹਿਤ ਯੂਸਫ ਨਾਲ ਹੈਗੇ ਨੇ ਉੱਥੇ ਆਪਣੇ ਯੂਐਨ ਵਿੱਚ ਕਿ ਪਾਕਿਸਤਾਨ ਦੀ ਮਦਦ ਤੋਂ ਬਗੈਰ ਸੰਭਵ ਨਹੀਂ ਆ ਕਿ ਅਫਗਾਨਿਸਤਾਨ ਤੋਂ ਜਦੋਂ ਫੌਜ ਵਾਪਸ ਆਉਂਦੀ ਆ ਤੇ ਉੱਥੇ ਅਮਨ ਰੱਖਿਆ ਜਾ ਸਕੇ। ਇਹ ਦੋ ਤਰ੍ਹਾਂ ਦੀ ਗੱਲ ਚੱਲ ਰਹੀ ਆ। ਇੱਕ ਪਾਸੇ ਤੇ ਪਾਕਿਸਤਾਨ ਪ੍ਰਤੀ ਉਹਨਾਂ ਦੀ ਪਾਲਿਸੀ 'ਚ ਬਦਲਾਵ ਨਹੀਂ ਹੋਏਗਾ ਇਹ ਕਹਿ ਰਹੇ ਨੇ, ਦੂਜੇ ਪਾਸੇ ਉਹਨਾਂ ਕੋਲੋਂ ਮਦਦ ਮੰਗ ਰਹੇ ਨੇ। ਕੱਲ ਅਸੀਂ ਗੱਲ ਕੀਤੀ ਸੀ 에ਅਰਬੇਸ ਦੇ ਬਾਰੇ ਵੀ ਗੱਲ ਚੱਲ ਰਹੀ ਸੀਗੀ ਜਿਹਦਾ ਵਿਰੋਧ ਹੋ ਰਿਹਾ ਪਾਕਿਸਤਾਨ 'ਚ, ਤੇ ਕੀ ਵਿਕਲਪ ਤੁਹਾਨੂੰ ਲੱਗਦਾ ਆ ਇਹਨਾਂ ਹਾਲਾਤਾਂ ਦੇ ਵਿੱਚ ਹੋਣਗੇ, ਕਿਉਂਕਿ ਭਾਰਤ ਦੀ ਨਿਗਾਹ ਵੀ ਇਹਦੇ ਉੱਤੇ ਬੜੀ ਟਿਕੀ ਹੋਈ ਆ। ਅਫਗਾਨਿਸਤਾਨ ਦੇ ਵਿੱਚ ਬਹੁਤ ਸਾਰੇ ਸਾਡੇ ਹਿੰਦੂ ਸਿੱਖ ਵੀ ਆ ਜਿਹੜੇ ਉੱਥੋਂ ਬੜੇ ਖਤਰਨਾਕ ਹਾਲਾਤਾਂ 'ਚ ਜੀਵਨ ਬਸਰ ਕੀਤਾ ਉਹਨਾਂ ਨੇ, ਕੁਝ ਲੋਕ ਉੱਥੋਂ ਸ਼ਿਫਟ ਵੀ ਹੋ ਗਏ ਨੇ। ਇੱਥੇ ਸਾਡੇ ਇੱਕ MP ਸੀ, MLA ਸੀਗੇ ਸ਼ਾਇਦ ਜਸਬੀਰ ਸਿੰਘ ਉਹਨਾਂ ਨਾਂ ਸੀ, ਉਹ ਬਹੁਤ ਕੋਸ਼ਿਸ਼ ਕਰ ਰਹੇ ਸੀ ਕਿ ਕੈਨੇਡਾ ਵਿੱਚ ਉੱਥੋਂ ਦੇ ਜਿਹੜੇ ਹਿੰਦੂ ਸਿੱਖ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਪਨਾਹ ਮਿਲ ਸਕੇ। ਕੁਝ ਲੋਕ ਭਾਰਤ ਵੀ ਪਹੁੰਚੇ ਨੇ, ਹਾਲਾਂਕਿ ਕੈਨੇਡਾ 'ਚ ਵੀ ਕੁਝ ਲੋਕ ਆਏ ਨੇ, ਅਫਗਾਨਿਸਤਾਨ 'ਚ ਭਾਰਤੀ ਮੂਲ ਦੇ ਲੋਕ ਜਿਹੜੇ ਫਸੇ ਹੋਏ ਸੀਗੇ। ਸੋ ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਤੁਸੀਂ ਕੀ ਦੇਖਦੇ ਹੋ ਕਿ ਆਉਣ ਵਾਲਾ ਸਮਾਂ ਜਿਹੜਾ ਹੁਣ ਸਮਾਂ ਤੇ 3-4 ਮਹੀਨੇ ਰਹਿ ਗਏ, ਸਤੰਬਰ 11 ਤੇ ਆਈ ਖੜੀ ਆ, ਤੇ ਫਿਰ ਹਾਲਾਤ ਇੱਕਦਮ ਮੋੜਾ ਲੈਣਗੇ ਜੇ ਉੱਥੇ ਫਿਰ ਉਸੇ ਤਰ੍ਹਾਂ ਦੇ ਗਰੁੱਪ ਕਾਬਜ ਹੋ ਗਏ। ਜਿਹੜਾ ਕਿਹਾ ਜਾਂਦਾ ਹੈ ਕਿ ਅਫਗਾਨਿਸਤਾਨ 'ਚ 2/3 ਧਰਤੀ ਦੇ ਉੱਤੇ ਅੱਜ ਵੀ ਤਾਲਿਬਾਨ ਦਾ ਕਬਜ਼ਾ ਹੈ, ਨਾਮਾਤਰ ਦੀ ਸਰਕਾਰ ਹੀ ਉੱਥੇ ਹੈ। ਤੇ ਜਿੱਦਾਂ ਰਸ਼ੀਆ ਦੇ ਵੇਲੇ ਉੱਥੋਂ ਦੇ ਰਾਸ਼ਟਰਪਤੀ ਨਾਲ ਹੋਇਆ ਸੀਗਾ, ਚਰਾਹੇ 'ਚ ਟੰਗ ਦਿੱਤਾ ਗਿਆ ਸੀਗਾ, ਤੇ ਬਾਅਦ ਵਿੱਚ ਹੁਣ ਜਿਹੜੇ ਹੱਥ ਠੋਕਾ ਬਣ ਕੇ ਰਹੇ ਨੇ ਅਮਰੀਕਾ ਦੇ ਲੰਬਾ ਸਮਾਂ ਰਾਸ਼ਟਰਪਤੀ ਕਰਜ਼ਾਈ ਹੀਰੀ ਜਾਂ ਕੁਝ ਹੋਰ ਲੋਕ ਜਿਹੜੇ ਦੇਖਣ ਨੂੰ ਡੈਮੋਕ੍ਰੇਟ ਵੀ ਲੱਗ ਰਹੇ ਸੀ ਥੋੜੇ ਬਹੁਤੇ, ਉਹਨਾਂ ਦਾ ਭਵਿੱਖ ਕੀ ਹੋਏਗਾ? ਭਾਰਤ ਦੀ ਉੱਥੇ ਇੰਨੀ ਵੱਡੀ ਇਨਵੈਸਟਮੈਂਟ, ਉਹਦਾ ਭਵਿੱਖ ਕੀ ਹੋਏਗਾ? ਉਸ ਖਿੱਤੇ ਦਾ ਭਵਿੱਖ ਕੀ ਹੋਏਗਾ? ਕਿ ਫਿਰ ਉੱਥੇ ਜੰਗਲ ਦਾ ਰਾਜ ਹੋਏਗਾ, ਫਿਰ ਉਦਾਂ ਦੀਆਂ ਘਟਨਾਵਾਂ ਸ਼ੁਰੂ ਹੋ ਜਾਣਗੀਆਂ? ਦੇਖੋ, ਜੰਗਲ ਦਾ ਰਾਜ ਤਾਂ ਇਸ ਤਰ੍ਹਾਂ ਹੈ ਕਿ ਜਦੋਂ ਅਮਰੀਕਾ ਦਾ ਦਖਲ ਰਿਹਾ ਹੁਣ ਤੱਕ ਹੈ, ਜਿੰਨਾ ਵੀ ਹੈ, ਜਾਂ ਇਸ ਤੋਂ ਪਹਿਲਾਂ ਸੋਵੀਅਤ ਯੂਨੀਅਨ ਦਾ ਦਖਲ ਰਿਹਾ, ਉਦੋਂ ਵੀ ਕੋਈ ਆਦਰਸ਼ ਕਿਸਮ ਦੀ ਕੋਈ ਉੱਥੇ ਦੀ ਜਿਹੜੀ ਸਿਚੁਏਸ਼ਨ ਬਣ ਗਈ ਹੋਵੇ ਤਾਂ ਹੈ ਨਹੀਂ। ਮੈਨੂੰ ਲੱਗਦਾ ਕਿ ਜਿਹੜੇ ਖਾਸ ਤੌਰ ਦੇ ਉੱਤੇ ਮੰਤਰੀ ਕਿਸਮ ਦੇ ਜਿਹੜੇ ਮਾਮਲਿਆਂ ਦੇ ਵਿੱਚ ਬੇਵਜ੍ਹਾ ਦਖਲ ਕਿਸੇ ਵੀ ਮੁਲਕ ਦਾ, ਖਾਸ ਤੌਰ ਦੇ ਉੱਤੇ ਜਿਹੜੇ ਦੁਨੀਆ ਤੇ ਇੱਕ ਛਤਰ ਰਾਜ ਕਰਨ ਦਾ ਦਾਅਵਾ ਵੀ ਕਰਦੇ ਆ ਤੇ ਕੋਸ਼ਿਸ਼ ਵੀ ਆਪਣੀ ਇਸ ਪਾਸੇ ਵੱਲੋਂ ਲਾਈ ਰੱਖਦੇ ਆ, ਇਹਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ। ਹਰ ਮੁਲਕ ਦੀ ਤਕਦੀਰ ਉੱਥੋਂ ਦੇ ਲੋਕਾਂ ਨੇ ਬਣਾਉਣੀ ਹੁੰਦੀ ਹੈ, ਉਹਨਾਂ ਨੂੰ ਉਹਨਾਂ ਦੀ ਜਿਹੜੀ ਤਕਦੀਰ ਆ ਆਪ ਘੜਨ ਦਿੱਤੀ ਜਾਣੀ ਚਾਹੀਦੀ ਹੈ, ਤਾਂ ਸ਼ਾਇਦ ਬਿਹਤਰ ਹਾਲਾਤ ਬਣ ਜਾਣ। ਤੇ ਦੇਖਦੇ ਆ ਜਦੋਂ ਇਹ ਸਾਰੀਆਂ ਚੀਜ਼ਾਂ ਵਾਪਸ ਹੁੰਦੀਆਂ। ਪਰ ਨਵੀਂ ਗੱਲ ਇਹ ਆ ਰਹੀ ਹੈ ਕਿ ਜਿਹੜੀ ਮੈਂ ਥੋੜ੍ਹੀ ਦੇਰ ਪਹਿਲਾਂ ਦੇਖੀ ਹੈ, ਜਿਹੜੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਹੈ ਸ਼ਾਹ ਮਹਿਮੂਦ ਕੁਰੈਸ਼ੀ, ਉਹਨੇ ਇਹ ਸਾਫ਼ ਕਰ ਦਿੱਤਾ ਹੈ ਕਿ ਜਿਹੜੇ ਵਜ਼ੀਰ ਆਜ਼ਮ ਨੇ ਇਮਰਾਨ ਖਾਨ, ਉਹਨਾਂ ਦੇ ਪ੍ਰਧਾਨ ਮੰਤਰੀ ਰਹਿੰਦਿਆਂ ਜਾਂ ਵਜ਼ੀਰ ਆਜ਼ਮ ਰਹਿੰਦਿਆਂ ਪਾਕਿਸਤਾਨ ਦੇ ਵਿੱਚ ਜਿਹੜਾ ਆ ਅਮਰੀਕਾ ਨੂੰ, ਯਾਨੀ ਪਾਕਿਸਤਾਨ ਦੇ ਵਿੱਚ ਕਿਸੇ ਵੀ ਕਿਸਮ ਦਾ ਕੋਈ ਵੀ ਮਿਲਟਰੀ ਜਾਂ 에ਅਰ ਬੇਸ ਜਿਹੜਾ ਆ ਨਹੀਂ ਦਿੱਤਾ ਜਾਊਗਾ, ਉਹਨਾਂ ਨੇ ਸਾਫ਼ ਨਾ ਕਰ ਦਿੱਤੀ। ਪਰ ਉਹ ਤੇ ਦਸਾਂਝ ਸਾਹਿਬ ਪਹਿਲਾਂ ਐਗਜ਼ਿਸਟ ਕਰਦੇ ਨੇ ਨਾ, ਪਾਕਿਸਤਾਨ ਦੇ ਵਿੱਚ 에ਅਰ ਬੇਸ ਤੇ ਪਹਿਲਾਂ ਐਗਜ਼ਿਸਟ ਕਰਦੇ ਨੇ ਅਮਰੀਕਾ ਦੇ। ਉਹੀ ਕਹਿਣਾ ਮੈਂ, ਉਹ ਅਸਲ ਦੇ ਵਿੱਚ ਇਹ ਅਸਲ ਦੇ ਵਿੱਚ ਕਾਰਨ ਇਹ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੱਲ ਵਧਣੀ ਹੈ, ਕਿਉਂਕਿ ਅਮਰੀਕਾ ਨੇ ਤਾਂ ਕਿਹਾ ਵੀ ਸਾਡਾ ਜਿਸ ਕਿਸਮ ਦਾ ਸਾਰਾ ਕੁਝ ਉੱਥੇ ਸਿਸਟਮ ਹੈ ਉੱਦਾਂ ਹੀ ਚੱਲਦਾ ਰਹੇਗਾ। ਪਰ ਇੱਧਰੋਂ ਸਰਕਾਰ ਵੱਲੋਂ ਕੁਝ ਇਸ ਤਰ੍ਹਾਂ ਦੀ ਗੱਲ ਕਹਿਣੀ, ਨਾਲ ਇਹ ਕਹਿਣਾ ਵੀ ਹੈਂਗਓਵਰ ਤੋਂ ਜਿਹੜਾ ਆ ਅਮਰੀਕਾ ਨੂੰ ਬਾਹਰ ਆ ਜਾਣਾ ਚਾਹੀਦਾ ਹੈ, ਤੇ ਨਾਲ ਦੀ ਨਾਲ ਇਹ ਵੀ ਕਹਿ ਦਿੱਤਾ ਕੁਰੈਸ਼ੀ ਨੇ ਵੀ ਅਮਰੀਕਾ ਨੂੰ ਸਾਡੀ ਜ਼ਰੂਰਤ ਹੈ। ਸੋ ਮੈਨੂੰ ਲੱਗਦਾ ਹੈ ਕਿ ਵੇਟ ਸ਼ਾਇਦ ਵਧਾਉਣ ਦੀ ਲੋੜ ਹੈ। ਜਿਹੜੀਆਂ ਕੁਝ ਮਦਦ ਜਿਹੜੀ ਹੈ ਉਹ ਬੰਦ ਹੋ ਚੁੱਕੀ ਹੈ, ਵੱਡੀ ਮਦਦ ਜਿਹੜੀ ਅਮਰੀਕਾ ਕਰਦਾ ਰਿਹਾ ਪਾਕਿਸਤਾਨ ਨੂੰ, ਸੋ ਉਹ ਜਿਹੜੀ ਮਦਦ ਦੇ ਉੱਤੇ ਕੱਟ ਲੱਗੇ ਹੋਏ ਆ, ਉਹਨੂੰ ਸ਼ਾਇਦ ਦੁਬਾਰਾ ਤੋਂ ਬਹਾਲ ਕਰਾਉਣਾ ਚਾਹੁੰਦਾ ਪਾਕਿਸਤਾਨ। ਕੁਝ ਇੱਦਾਂ ਦੀ ਗੱਲ ਹੋ ਸਕਦੀ ਹੈ। ਪਰ ਕਿਸੇ ਮੁਲਕ ਨੂੰ ਛੱਡ ਕੇ ਜਾਣ ਦੇ ਬਾਵਜੂਦ ਵੀ ਉਸ ਮੁਲਕ ਦੇ ਵਿੱਚ ਦਖਲ ਦੇਵੇ, ਉਹਦਾ ਪ੍ਰਬੰਧ ਤਾਂ ਅਮਰੀਕਾ ਨੇ ਲਾਜ਼ਮੀ ਤੌਰ 'ਤੇ ਕਰਨਾ ਹੀ ਹੈ। ਇਸ ਕਰਕੇ ਪਾਕਿਸਤਾਨ ਦੀ ਵੀ ਲੋੜ ਰਹੇਗੀ, ਪਰ ਇਹਦੇ ਨਾਲ ਅਫਗਾਨਿਸਤਾਨ ਦੀ ਕਿਸ ਤਰ੍ਹਾਂ ਦਾ ਫਿਊਚਰ ਦੀ ਕੋਈ ਤਸਵੀਰ ਬਣਦੀ ਹੈ ਇਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਪਰ ਜਿਹੜੀ ਗੱਲ ਮੈਂ ਪਹਿਲਾਂ ਕਹੀ ਆ ਤੇ ਮੈਨੂੰ ਲੱਗਦਾ ਹੈ ਕਿ ਵਿਦੇਸ਼ੀ ਦਖਲ ਕਿਸੇ ਵੀ ਮੁਲਕ ਦੇ ਵਿੱਚ, ਚਾਹੇ ਭਾਰਤ ਦਾ ਦਖਲ ਕਿਸੇ ਮੁਲਕ 'ਚ ਹੋਵੇ, ਭਾਰਤ ਨੇ ਸ਼ਾਂਤੀ ਸੈਨਾ ਦੇ ਰੂਪ ਦੇ ਵਿੱਚ ਜਿੱਦਾਂ ਸ਼੍ਰੀਲੰਕਾ ਦੇ ਵਿੱਚ ਦਖਲ ਦਿੱਤਾ ਸੀ, ਉਹਦੇ ਕਿੰਨੇ ਖਤਰਨਾਕ ਸਿੱਟੇ ਅਸੀਂ ਭੁਗਤੇ ਆ। ਇੱਦਾਂ ਕਿਸੇ ਵੀ ਮੁਲਕ ਦੇ ਵਿੱਚ ਕਿਸੇ ਵੀ ਹੋਰ ਮੁਲਕ ਨੂੰ ਦਖਲ ਦੇਣ ਦੀ ਜਿਹੜੀ ਇਹ ਪ੍ਰਵਿਰਤੀ ਹੈ, ਭਾਰੂ ਪ੍ਰਵਿਰਤੀ,
ਇਹਦੇ ਤੋਂ ਸ਼ਾਇਦ ਬਾਹਰ ਆਉਣ ਦੀ ਜ਼ਰੂਰਤ ਹੈ। ਪਰ ਦੁਨੀਆ 'ਚ ਇੱਦਾਂ ਦੀਆਂ ਫੋਰਸ ਕੰਮ ਕਰ ਰਹੀਆਂ, ਖਾਸ ਤੌਰ 'ਤੇ ਅਮਰੀਕਾ ਜਿਹੜਾ ਆ, ਕਿਸੇ ਨਾ ਕਿਸੇ ਰੂਪ ਵਿੱਚ ਸਿੱਧਾ ਜਾਂ ਸਿੱਧਾ ਹਰ ਮੁਲਕ ਦੇ ਵਿੱਚ ਹੀ ਹੈ। 165 ਦੇ ਕਰੀਬ ਇੱਦਾਂ ਦੇ ਮੁਲਕ ਨੇ ਜਿੱਥੇ ਅਮਰੀਕਾ ਦੀ ਸਿੱਧੀ ਜਾਂ ਸਿੱਧੀ ਦਖਲਅੰਦਾਜ਼ੀ ਹੈ, ਤੇ ਇਹਦੇ 'ਚੋਂ ਕਿੱਦਾਂ ਉਹ ਬਾਹਰ ਆ ਸਕਦੇ ਆ, ਇਹ ਤਾਂ ਪਤਾ ਨਹੀਂ ਸਾਨੂੰ। ਕਿਉਂਕਿ ਕੌਮਾਂਤਰੀ ਲੈਵਲ ਦੇ ਉੱਤੇ, ਵਰਲਡ ਲੈਵਲ ਦੇ ਉੱਤੇ ਹਾਲੇ ਵੀ ਜਿੱਦਾਂ ਅੱਗੇ ਦੋ ਧਰੁਵ ਕੰਮ ਕਰਿਆ ਕਰਦੇ ਸੀ, ਉੱਦਾਂ ਨਹੀਂ ਹੈ। ਹਾਲੇ ਵੀ ਇੱਕ ਛਤਰ ਰਾਜ ਅਮਰੀਕਾ ਦੇ। ਜੀ ਦਸਾਂਝ ਸਾਹਿਬ, ਇੱਕ ਖਬਰ ਭਾਰਤ ਤੋਂ ਭਗੌੜੇ ਹੋਏ ਇੱਕ ਵੱਡੇ ਵਪਾਰੀ ਮੇਹਰ ਚੌਕਸੀ ਬਾਰੇ ਆ ਰਹੀ ਹੈ ਕਿ ਐਂਟੀਗਾ ਬਾਰਬੁਡਾ ਦੀ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਭਾਰਤ ਸਰਕਾਰ ਨੂੰ, CBI ਨੂੰ ਤੇ ED ਵਗੈਰਾ ਨੂੰ ਉਹਦੀ ਸੂਚਨਾ ਦੇ ਦਿੱਤੀ ਹੈ। ਇਹ ਵਿਅਕਤੀ ਨੀਰਵ ਮੋਦੀ ਦਾ ਭਤੀਜਾ ਦੱਸਿਆ ਜਾ ਰਿਹਾ ਜੀ, ਜਿਹੜਾ ਇੰਗਲੈਂਡ ਵਿੱਚ ਪਹਿਲਾਂ ਹੀ ਗ੍ਰਿਫਤਾਰ ਹੋਇਆ ਤੇ ਇਹਨਾਂ ਨੇ ਅਰਬਾਂ ਰੁਪਈਆਂ ਦੀ ਠੱਗੀ ਮਾਰੀ ਆ ਪੰਜਾਬ ਨੈਸ਼ਨਲ ਬੈਂਕ ਨਾਲ। ਕੀ ਹੁਣ ਸੰਭਵ ਹੈ ਕਿ ਇਹ ਵਾਪਸ ਆਉਣਗੇ ਜਾਂ ਕਾਨੂੰਨੀ ਦਾਅ ਪੇਚਾਂ ਨਾਲ ਇਹ ਉੱਥੇ ਹੀ ਟਿਕੇ ਰਹਿਣਗੇ, ਜਾਂ ਕੋਈ ਭਾਰਤ ਸਰਕਾਰ ਇਹੋ ਜਿਹਾ ਪ੍ਰੈਸ਼ਰ ਬਣਾ ਸਕੇਗੀ ਕਿ ਇਹਨਾਂ ਨੂੰ ਵਾਪਸ ਭਾਰਤ ਲਿਆ ਕੇ ਸਜ਼ਾਵਾਂ ਦਿੱਤੀਆਂ ਜਾ ਸਕਣ, ਜਾਂ ਇਹਨਾਂ ਕੋਲੋਂ ਉਹ ਜਿਹੜਾ ਪੈਸਾ ਇਹਨਾਂ ਲੁੱਟਿਆ ਉਹਦੀ ਬਰਾਮਦਗੀ ਕੀਤੀ ਜਾ ਸਕੇ ਕਿਸੇ ਤਰੀਕੇ ਨਾਲ? ਦੇਖੋ, ਇਹ ਜਿਹੜਾ ਮੇਹੁਲ ਚੌਕਸੀ ਦੀ ਕਈ ਦਿਨਾਂ ਤੋਂ ਖਬਰ ਆ ਰਹੀਆਂ ਸੀ ਕਿ ਇਹ ਲਾਪਤਾ ਆ, ਤੇ ਫਿਰ ਖਬਰ ਆਈ ਕਿ ਇਹ ਕਿਊਬਾ ਚਲਾ ਗਿਆ। ਹੁਣ ਖਬਰ ਆਈ ਹੈ ਕਿ ਇਹ ਮੇਹੁਲ ਚੌਕਸੀ ਜਿਹੜਾ ਕਿਊਬਾ ਦੌਰ ਦੇ ਵੇਲੇ ਜਿਹੜਾ ਡੋਮਿਨਿਕਾ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ, ਐਂਟੀਗੁਆ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਭਾਰਤ ਨੂੰ ਇਹ ਸੌਂਪ ਦੇਣਗੇ। ਇਹਦੀਆਂ ਡਿਟੇਲਸ ਵੀ ਹਾਲੇ ਹੋਣਗੀਆਂ। ਜੇ ਐਂਟੀਗੁਆ ਨੂੰ ਭਾਰਤ ਨੂੰ ਸੌਂਪਦਾ ਹੈ ਤਾਂ ਇਹਦਾ ਮਤਲਬ ਹੈ ਕਿ ਸ਼ਾਇਦ ਭਾਰਤ ਦੀ ਸਰਕਾਰ ਇਹਨਾਂ ਦਿਨਾਂ ਦੇ ਵਿੱਚ, ਜਦੋਂ ਬਹੁਤ ਬਦਨਾਮੀ ਖੱਟ ਰਹੀ ਹੈ, ਇਹ ਮਸਲੇ ਵੀ ਉੱਠਦੇ ਰਹੇ ਅਕਸਰ ਵੀ ਬਹੁਤ ਸਾਰੇ ਲੋਕ ਜਿਹੜੇ ਆ ਜਿਨ੍ਹਾਂ ਨੇ ਭਾਰਤ ਨੂੰ ਲੁੱਟਿਆ, ਅਰਬਾਂ ਖਰਬਾਂ ਰੁਪਈਆ ਲੁੱਟ ਕੇ ਜਿਹੜੇ ਆ ਉਹ ਦੌੜੇ ਨੇ, ਤੇ ਉਹਨਾਂ ਨੂੰ ਸੇਫ ਕਿਸਮ ਦੇ ਲਾਂਘੇ ਜਿਹੜੇ ਆ, ਸੁਰੱਖਿਅਤ ਲਾਂਘੇ ਸਰਕਾਰ ਨੇ ਹੀ ਦਿੱਤੇ ਆ। ਤੇ ਸ਼ਾਇਦ ਜਦੋਂ ਅੱਜ ਦੇਸ਼ ਦੇ ਵਿੱਚ ਇੱਕ ਫੇਲਰ ਦੇ ਤੌਰ ਦੇ ਉੱਤੇ ਨਰਿੰਦਰ ਮੋਦੀ ਦੀ ਸਰਕਾਰ ਨੂੰ ਦੇਖਿਆ ਜਾ ਰਿਹਾ ਹੈ ਕਰੋਨਾ ਦੇ ਨਾਲ ਸਿੱਝਣ ਦੇ ਮਾਮਲੇ 'ਚ, ਜਾਂ ਵੱਖ-ਵੱਖ ਸੈਕਟਰਾਂ ਦੇ ਵਿੱਚ, ਜਿਵੇਂ ਇਸ ਵੇਲੇ ਸਰਕਾਰ ਦੇ ਖਿਲਾਫ ਗੁੱਸਾ ਆ, ਰੋਸ ਹੈ, ਕਿਸਾਨ ਅੰਦੋਲਨ ਵੀ ਹੈ, ਉਦੋਂ ਸ਼ਾਇਦ ਸਰਕਾਰ ਪੇਸ਼ ਕਰਨ ਦੀ ਕੋਸ਼ਿਸ਼ ਵੀ ਕਰੇਗੀ, ਲਓ ਜੀ ਅਸੀਂ ਤਾਂ ਦੇਖੋ ਕਿੰਨਾ ਵਧੀਆ ਕੰਮ ਕੀਤਾ, ਜਿਹੜਾ ਬੰਦਾ ਦੌੜ ਗਿਆ ਸੀ ਉਹਨੂੰ ਵਾਪਸ ਲੈ ਆਂਦਾ। ਤੇ ਇਹਦੇ ਤੇ ਫਿਰ ਉਹੀ ਨੌਟੰਕੀ ਜਿਹੜੀ ਹੋਏਗੀ, ਕੇਸ ਕੁਛ ਚੱਲਣਗੇ, ਤੇ ਫਿਰ VVIP ਸਹੂਲਤਾਂ ਵੀ ਜੇਲ੍ਹ ਦੇ ਵਿੱਚ ਇਹਨਾਂ ਨੂੰ ਮਿਲਣਗੀਆਂ। ਮੈਨੂੰ ਲੱਗਦਾ ਕਿ ਕੋਈ ਗੇਮ ਹੋ ਸਕਦੀ, ਤੇ ਪਿੱਛੇ ਕੀ ਗੇਮ ਹੈ ਇਹ ਹਾਲੇ ਸਾਡੇ ਕੋਲ ਕੋਈ ਫੈਕਟ ਨਹੀਂ ਹੈ। ਡਿਟੇਲਸ ਹੋ ਜਾਣਗੀਆਂ, ਫਿਰ ਕੁਝ ਅਸੀਂ ਆਪਣੀ ਰਾਏ ਬਣਾਵਾਂਗੇ। ਸੋ ਸਰਕਾਰ ਨੇ ਕਦੋਂ, ਕਿਹੜੇ ਵੇਲੇ, ਕਿਹੜਾ ਮੋਹਰਾ ਵਰਤਣਾ ਆ ਆਪਣੇ ਹੱਕ ਦੇ ਵਿੱਚ, ਕਿਵੇਂ ਵਰਤਣਾ ਆ, ਇਹ ਉਹਨਾਂ ਨੂੰ ਪਤਾ ਹੁੰਦਾ, ਉਹਨਾਂ ਦੀ ਰਣਨੀਤੀ ਹੈ, ਉਹਨਾਂ ਦੇ ਦਾਅ-ਪੇਚ ਹੈ। ਸੋ ਜੇ ਇਹ ਹਵਾਲਗੀ ਹੁੰਦੀ ਹੈ, ਭਾਰਤ ਦੇ ਹਵਾਲੇ ਕਰਦੇ ਆ, ਜਿਵੇਂ ਕਿਹਾ ਉਹਨਾਂ ਦੇ ਪ੍ਰਧਾਨ ਮੰਤਰੀ ਨੇ ਵੀ ਅਸੀਂ ਸਿੱਧੇ ਭਾਰਤ ਨੂੰ ਦੇਵਾਂਗੇ ਇਹਨੂੰ, ਤਾਂ ਫਿਰ ਇਹਦੇ ਨਾਲ ਕਿਸ ਤਰ੍ਹਾਂ ਦਾ ਕਾਨੂੰਨੀ ਜਿਹੜਾ ਬਿਹੇਵ ਕੀਤਾ ਜਾਂਦਾ, ਕਾਨੂੰਨ ਇਹਦੇ ਨਾਲ ਕਿਸ ਤਰੀਕੇ ਦੇ ਨਾਲ ਸਿੱਝਦਾ ਹੈ, ਉਦੋਂ ਪਤਾ ਲੱਗੇ। ਦਸਾਂਝ ਸਾਹਿਬ, ਲਾਸਟ ਪੰਜਾਬ ਕਾਂਗਰਸ ਦੀ ਖਬਰ ਕਰ ਲਈਏ ਇੱਕ ਸਾਂਝੀ। ਉਸ ਤਰ੍ਹਾਂ ਤਾਂ ਕਾਂਗਰਸ ਦੀ ਖਬਰ ਜਿਹੜੀ ਆ ਉਹ ਕੋਈ ਖਾਸ ਮਾਇਨੇ ਨਹੀਂ ਰੱਖਦੀ, ਪਰ ਫਿਰ ਵੀ ਕਿਉਂਕਿ ਚਰਚਾ ਰਹਿੰਦੀ ਆ ਪੰਜਾਬ ਦੇ ਵਿੱਚ ਘੱਟੋ ਘੱਟ ਆਉਣ ਵਾਲੀ ਇਲੈਕਸ਼ਨ ਨੇੜੇ ਆਉਣ ਕਰਕੇ, ਹੁਣ ਕਿਹਾ ਜਾ ਰਿਹਾ ਹੈ ਕਿ ਜਿਹੜਾ ਹਾਈ ਕਮਾਂਡ ਦਾ ਦਖਲ ਸੀ ਉਹਦਾ ਕੋਈ ਅਸਰ ਜਿਹੜਾ ਉਹ ਕੈਪਟਨ ਸਾਹਿਬ ਤੇ ਵੀ ਨਜ਼ਰ ਆ ਰਿਹਾ, ਔਰ ਜਿਹੜਾ ਇਹਨਾਂ ਨੇ ਉਹ ਫਰੰਟ ਖੋਲੇ ਹੋਏ ਸੀਗੇ, ਸਿੱਧੂ ਦੇ ਕੁਝ ਫਾਈਲਾਂ ਖੋਲੀਆਂ ਸੀ, ਔਰ ਜਿਹੜਾ ਮੀਟੂ ਵਾਲਾ ਮਾਮਲਾ ਸੀ ਚੰਨੀ ਵਾਲਾ, ਉਹਨਾਂ ਨੂੰ ਠੰਡੇ ਬਸਤੇ 'ਚ ਪਾ ਦਿੱਤਾ ਗਿਆ ਕੈਪਟਨ ਸਾਹਿਬ ਵੱਲੋਂ, ਔਰ ਉਹਨਾਂ ਦਾ ਸੁਰ ਕੋਈ ਨਰਮ ਹੋਇਆ। ਕੀ ਉਹ ਪ੍ਰੈਸ਼ਰ ਥੱਲੇ ਨੇ, ਜਾਂ ਉਹਨਾਂ ਦਾ ਕੋਈ ਸੌਦੇਬਾਜ਼ੀ ਹੋਈ ਆ, ਜਾਂ ਕਿਸ ਤਰ੍ਹਾਂ ਦੀ ਖਬਰ ਤੁਹਾਨੂੰ ਲੱਗ ਰਹੀ ਆ? ਦੂਜੇ ਪਾਸੇ ਕੁਝ MLA ਤੇ ਪ੍ਰਗਟ ਸਿੰਘ ਹਰਾਂ ਦਾ ਜਿਹੜਾ ਹੈਗਾ, ਲਗਾਤਾਰ ਉਹਨਾਂ ਦੀਆਂ ਖਬਰਾਂ ਨੇ ਕਿ ਉਹਨਾਂ ਵੱਲੋਂ ਅਜੇ ਜਿਹੜਾ ਵਾ ਆਪਣੀ ਮੁਹਿੰਮ ਆਰੰਭੀ ਹੋਈ ਆ। ਸੋ ਕੈਪਟਨ ਸਾਹਿਬ ਵੱਲੋਂ ਇਹ ਚੀਜ਼ਾਂ ਠੰਡੇ ਬਸਤੇ 'ਚ ਪਾ ਦੇਣ ਦਾ ਮਤਲਬ ਹੁਣ ਇਹ ਯੁੱਧ ਟਲ ਗਿਆ? ਦੇਖੋ, ਕਾਂਗਰਸ ਪਾਰਟੀ ਜਿਹੜੀ ਪੰਜਾਬ ਦੀ ਹੈ, ਇਹਦਾ ਇਤਿਹਾਸ ਹੀ ਕੁਝ ਇਸ ਕਿਸਮ ਦਾ ਰਿਹਾ ਪਿਛਲੇ 30-35 ਸਾਲ ਤੋਂ ਅਸੀਂ ਦੇਖੀਏ ਵੀ ਇਸ ਤਰ੍ਹਾਂ ਦਾ ਜਿਹੜਾ ਸੰਕਟ ਹੈ ਇਹਨਾਂ ਦਾ, ਇਲੈਕਸ਼ਨ ਦਾ ਜਿਹੜਾ ਸਾਲ ਹੁੰਦਾ ਉਦੋਂ ਆਉਂਦਾ ਹੈ। ਤੇ ਕੈਪਟਨ ਅਮਰਿੰਦਰ ਪੰਜਾਬ ਕਾਂਗਰਸ ਦੇ ਵਿੱਚ ਲਗਭਗ 25 ਸਾਲ ਤੋਂ ਜ਼ਿਆਦਾ ਐਕਟਿਵ ਰਹੇ। ਜਦੋਂ ਉਹ ਬਰਨਾਲਾ ਕੌਂਸਲ ਦੇ ਵਿੱਚ 1986 ਦੇ ਵਿੱਚ ਐਗਰੀਕਲਚਰ ਮਿਨਿਸਟਰ ਸੀਗੇ ਕੈਪਟਨ ਅਮਰਿੰਦਰ,
ਉਸ ਤੋਂ ਬਾਅਦ ਜਦੋਂ ਕਾਂਗਰਸ ਜੁਆਇਨ ਕਰਦੇ ਆ ਤੇ ਫਿਰ ਕਾਂਗਰਸ ਦੀ ਫਰੰਟ ਜਿਹੜੀ ਲਾਈਨ ਹੈ ਉੱਥੋਂ ਦੇ ਇੱਕ ਲੀਡਰ ਦੇ ਤੌਰ ਤੇ ਆਪਣੀ ਹੈਸੀਅਤ ਨੂੰ ਕਾਇਮ ਕਰ ਲੈਂਦੇ ਆ। ਤੇ ਫਿਰ ਬੜੀ ਕੋਸ਼ਿਸ਼ ਹੋਈ ਹੈ ਕੈਪਟਨ ਅਮਰਿੰਦਰ ਨੂੰ ਸਾਈਡ ਤੇ ਕਰਨ ਦੀ, ਕਦੇ ਬੀਬੀ ਰਜਿੰਦਰ ਕੌਰ ਭੱਠਲ ਵੱਲੋਂ, ਕਦੇ ਪ੍ਰਤਾਪ ਸਿੰਘ ਬਾਜਵੇ ਵੱਲੋਂ, ਪਰ ਉਹ ਕੋਸ਼ਿਸ਼ ਸਫਲ ਨਹੀਂ ਹੋ ਸਕੀ। ਹੁਣ ਵੀ ਮੈਂ ਸਮਝਦਾ ਹਾਂ ਕਿ ਭਾਵੇਂ ਦੇਖਣ ਨੂੰ ਇਹ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਟੈਪ ਡਾਊਨ ਕਰ ਗਏ ਨੇ, ਕਿ ਜਿਸ ਕਿਸਮ ਦੀ ਜ਼ਿੱਦ ਉਹਨਾਂ ਨੇ ਫੜੀ ਸੀਗੀ, ਜਿਸ ਤਰ੍ਹਾਂ ਦੀ ਬਿਆਨਬਾਜ਼ੀ ਆਈ ਸੀ ਸਪੈਸ਼ਲੀ ਨਵਜੋਤ ਸਿੰਘ ਸਿੱਧੂ ਬਾਰੇ, ਵੀ ਉਹਦੇ ਲਈ ਦਰਵਾਜ਼ੇ ਸਦਾ ਲਈ ਬੰਦ ਹੈ, ਉਹਨੇ ਜਿੱਥੇ ਜਾਣਾ ਜਾਵੇ। ਜਿਵੇਂ ਉਹਨਾਂ ਦੇ ਪੋਲੀਟੀਕਲ ਸੈਕਟਰੀ ਨੇ ਧਮਕਾਇਆ ਪ੍ਰਗਟ ਸਿੰਘ ਨੂੰ, ਉਹ ਤੋਂ ਲੱਗਦਾ ਸੀ ਕਿ ਇਹ ਸੰਕਟ ਜਿਹੜਾ ਆ ਬਹੁਤ ਵੱਡਾ ਹੋ ਜਾਏਗਾ ਕਾਂਗਰਸ ਪਾਰਟੀ ਦੇ ਵਿੱਚ। ਪਰ ਜਦੋਂ ਪ੍ਰਿੰਕਾ ਗਾਂਧੀ ਨੇ ਫੋਨ ਕੀਤਾ ਕੈਪਟਨ ਅਮਰਿੰਦਰ ਨੂੰ, ਉਸ ਤੋਂ ਬਾਅਦ 3 ਮੈਂਬਰੀ ਕਮੇਟੀ ਬਣਾ ਦਿੱਤੀ ਗਈ। ਹਾਈ ਕਮਾਂਡ ਦੇ ਦਖਲ ਤੋਂ ਬਾਅਦ ਜਿਹੜੀ ਇਹਨਾਂ ਨੇ ਸਾਂਝੀ ਪ੍ਰੈਸ ਕਾਨਫਰੰਸ ਰੱਖੀ ਸੀ ਵਿਰੋਧੀਆਂ ਦੇ ਵੱਖ-ਵੱਖ ਧੜਿਆਂ ਨੇ ਇਕੱਠੇ ਹੋ ਕੇ, ਉਹ ਵੀ ਟਾਲ ਦਿੱਤੀ ਗਈ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਦਾ ਸਟੈਪ ਡਾਊਨ ਕਰ ਜਾਣਾ, ਜਿਹੜੇ ਕੋਈ ਫਰੰਟ ਖੋਲ੍ਹੇ ਸੀ ਉਹਨਾਂ ਨੇ ਨਵਜੋਤ ਕੌਰ ਸਿੱਧੂ ਦੇ ਖਿਲਾਫ, ਨਵਜੋਤ ਸਿੱਧੂ ਦੇ ਖਿਲਾਫ ਵਿਜੀਲੈਂਸ ਦੇ ਕੁਝ ਮਾਮਲੇ ਜਿਹੜੇ ਆ ਓਪਨ ਕੀਤੇ ਸੀ, ਜਾਂ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਮਹਿਲਾ ਕਮਿਸ਼ਨ ਨੂੰ ਐਕਟਿਵ ਕਰਕੇ ਇੱਕ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਹਦੇ ਤੋਂ ਜਦੋਂ ਪਿੱਛੇ ਆਏ ਨੇ ਤਾਂ ਇਹਦਾ ਮਤਲਬ ਇਹ ਨਹੀਂ ਸਮਝ ਲੈਣਾ ਚਾਹੀਦਾ ਵੀ ਖਬਰੇ ਕੈਪਟਨ ਅਮਰਿੰਦਰ ਸਿੰਘ ਇਸ ਸਾਰੇ ਮਾਮਲੇ ਦੇ ਵਿੱਚ ਪਿੱਛੇ ਹਟ ਕੇ, ਜਿਹੜੀ ਉਹਨਾਂ ਦੀ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਦੇ ਲੀਡਰ ਦੇ ਤੌਰ ਤੇ ਫਿਰ ਤੋਂ ਵੀ ਭੂਮਿਕਾ ਆ, ਉਹਦੇ ਤੋਂ ਵੀ ਪਿੱਛੇ ਹਟ ਰਹੇ ਆ। ਇੱਦਾਂ ਨਹੀਂ ਹੈ। ਉਹਨਾਂ ਨੇ ਇੱਕ ਤੁਸੀਂ ਕਹਿ ਸਕਦੇ ਹੋ ਵੀ ਇਸ ਸਾਰੇ ਮਸਲੇ ਦੇ ਉੱਤੇ ਸ਼ਾਇਦ ਦਾਅਪੇਚਕ ਤੌਰ ਦੇ ਉੱਤੇ ਇਹ ਇੱਕ ਨਵਾਂ ਪੱਤਾ ਖੇਡਿਆ ਵੀ ਤਾਂ ਜੋ ਉਹਨਾਂ ਦੇ ਖਿਲਾਫ ਇੱਕ ਜਿਹੜਾ ਮਾਹੌਲ ਬਣ ਰਿਹਾ ਹੋਰ ਤੱਤਾ ਨਾ ਹੋਵੇ। ਤੇ ਸ਼ਾਇਦ ਹਾਈ ਕਮਾਂਡ ਦਾ ਦਖਲ ਵੀ ਹੈ। ਇਹ ਲੀਡਰਸ਼ਿਪ ਬਦਲ ਦਿੱਤੀ ਜਾਏਗੀ, ਜਿਹਦੀ ਮੰਗ ਪ੍ਰਗਟ ਸਿੰਘ ਨੇ ਵੀ ਕੀਤੀ ਹੈ, ਜਾਂ ਮੰਗ ਕੀਤੀ ਜਾਂ ਇਹ ਕਿਹਾ, ਜਿਹੜੀ ਇੱਕ ਮੀਟਿੰਗ ਉਹਨਾਂ ਦੇ ਘਰ ਹੋਈ ਸੀ ਜਿਹਦੇ 'ਚ ਰੰਧਾਵਾ ਸਾਹਿਬ ਵੀ ਸੀ ਤੇ ਚਰਨਜੀਤ ਚੰਨੀ ਵੀ ਸੀ। ਉਸ ਤੋਂ ਬਾਅਦ ਪ੍ਰਗਟ ਸਿੰਘ ਨੇ ਕਿਹਾ ਸੀ ਵੀ ਇਸ ਲੀਡਰਸ਼ਿਪ ਦੀ ਅਗਵਾਈ ਦੇ ਵਿੱਚ ਜੇ ਅਸੀਂ ਇਲੈਕਸ਼ਨ 'ਚ ਜਾਂਦੇ ਹਾਂ ਤਾਂ ਕਾਂਗਰਸ ਪਾਰਟੀ ਲਈ ਮੁਸ਼ਕਿਲ ਹੋਵੇਗੀ। ਕੀ ਇਸ ਲੀਡਰਸ਼ਿਪ ਨੂੰ ਬਦਲਿਆ ਜਾਏਗਾ, ਇਹ ਸਵਾਲ ਪੈਦਾ ਹੋਇਆ। ਪਰ ਬਦਲਿਆ ਜਾਏ ਜਾਂ ਨਾ ਬਦਲਿਆ ਜਾਏ, ਕੈਪਟਨ ਅਮਰਿੰਦਰ ਨੇ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਇੱਕ ਵਾਰ ਫੇਰ ਤੋਂ ਉਹ ਆਪਣੇ ਆਪ ਨੂੰ ਹੀ ਪੇਸ਼ ਕਰਨਗੇ ਤੇ ਉਹਦੇ ਅਲਟਰਨੇਟ ਦੇ ਤੌਰ ਤੇ ਕਾਂਗਰਸ ਪਾਰਟੀ ਦੇ ਜਿਹੜੇ ਵਿਰੋਧੀ ਧੜੇ ਆ ਉਹਨਾਂ ਕੋਲ ਕੀ ਹੈ, ਕਿੰਨੇ ਕੁ ਲੌਜਿਕ ਹੈ ਤੇ ਕਿਹੜੇ ਚਿਹਰੇ ਨੇ, ਇਹ ਉਹਨਾਂ ਨੂੰ ਦੱਸਣਾ ਪਏਗਾ। ਤੇ ਹਾਲ ਫਿਲਹਾਲ ਮੈਨੂੰ ਲੱਗਦਾ ਹੈ ਵੀ ਵਨ ਸ਼ਬਦ ਦੀ ਇੱਕ ਪੋਲਿਟਿਕਸ ਸ਼ੁਰੂ ਹੋ ਗਈ ਕਾਂਗਰਸ ਪਾਰਟੀ ਦੇ ਅੰਦਰ, ਵੀ ਵੱਡੇ ਪੱਧਰ ਤੇ ਕੈਪਟਨ ਅਮਰਿੰਦਰ ਨੂੰ ਪਾਸੇ ਕਰਕੇ ਕੋਈ ਨਵੀਂ ਲੀਡਰਸ਼ਿਪ ਆਉਂਦੀ ਇਲੈਕਸ਼ਨ 'ਚ ਕਾਂਗਰਸ ਪਾਰਟੀ ਦੇ ਅੰਦਰ ਪੰਜਾਬ 'ਚ ਦਿਖਾਈ ਦੇਗੀ। ਮੈਨੂੰ ਇਹਦੀ ਸੰਭਾਵਨਾ ਘੱਟ ਲੱਗਦੀ ਹੈ। ਜੇ ਕੋਸ਼ਿਸ਼ ਕੀਤੀ ਗਈ ਤਾਂ ਪਾਰਟੀ ਵੱਡੀ ਮਿਲ ਸਕਦੀ ਹੈ ਕਿ ਅਮਰਿੰਦਰ ਸਿੰਘ ਜਿਹੜੇ ਹੈ ਵੱਖਰਾ ਧੜਾ ਬਣਾ ਕੇ ਵੀ ਸਾਹਮਣੇ ਆ ਸਕਦੇ ਆ। ਪਿਛਲੀ ਵਾਰੀ ਵੀ ਇਸ ਤਰ੍ਹਾਂ ਦੀ ਐਕਸਰਸਾਈਜ਼ ਹੁੰਦੀ ਬਚੀ। ਜੀ ਦਸਾਂਝ ਸਾਹਿਬ, ਸਮਾਂ ਕਾਫੀ ਹੋ ਗਿਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਦਾ ਪ੍ਰੋਗਰਾਮ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਕੱਲ ਦੇ ਪ੍ਰੋਗਰਾਮ ਵਿੱਚ